ਐਦੀ ਨੇ ਦਰਸ਼ਨ ਕਰਿਓ ਪਾਸੀ ਤਲ ਸਰਬੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਕਰਕੇ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਸਤਿਗੁਰਾਂ ਦੀ ਸੰਗਤ ਵਿੱਚ ਆਣ ਕੇ ਮਾੜੀ ਤੇ ਭੈੜੀ ਮੱਤ ਬਿਨਸ ਜਾਂਦੀ ਹੈ। ਗਰੀਬ ਨਵਾਜ ਸਤਿਗੁਰਾਂ ਦੀ ਰੱਬੀ ਬਾਣੀ ਦਾ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ 'ਚ ਆਪ ਜੀ ਇਸ ਵਕਤ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਬਾਦਸ਼ਾਹ ਜਹਾਂਗੀਰ ਦੇ ਪਾਸ ਦੀਵਾਨ ਚੰਦੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਰਖਲਾਫ ਭੁਗਤ ਰਿਹਾ। ਕਹਿੰਦਾ ਜੀ ਸਾਹਿਬਜ਼ਾਦਾ ਖੁਸਰੋ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਕੋਲ ਪਨਾਹ ਦਿੱਤੀ ਹੈ ਤਰਨਤਾਰਨ ਸਾਹਿਬ ਵਾਲੇ ਮੁਕਾਮ ਤੇ। ਉਹਨੂੰ ਆਪਣੇ ਪਾਸ ਰੱਖ ਕੇ ਉਹਨੂੰ 2-3 ਦਿਨ ਪ੍ਰਸ਼ਾਦਾ ਭੋਜਨ ਛਕਾਇਆ, ਕੁਝ ਮਾਇਕੀ ਮਦਦ ਵੀ ਕੀਤੀ ਹੈ। ਸਾਹਿਬਜ਼ਾਦਾ ਖੁਸਰੋ ਬਾਦਸ਼ਾਹ ਜਹਾਂਗੀਰ ਦਾ ਹੀ ਲੜਕਾ ਸੀ। ਬਾਦਸ਼ਾਹ ਅਕਬਰ ਜੋ ਜਹਾਂਗੀਰ ਦਾ ਬਾਪ ਸੀ ਉਹ ਨਹੀਂ ਸੀ ਚਾਹੁੰਦਾ ਕਿ ਜਹਾਂਗੀਰ ਨੂੰ ਬਾਦਸ਼ਾਹ ਬਣਾਇਆ ਜਾਏ। ਉਹਦਾ ਕਾਰਨ ਇਹ ਸੀ ਕਿ ਜਹਾਂਗੀਰ ਬਾਦਸ਼ਾਹ ਸ਼ਰਾਬੀ ਸੀ, ਘੜਿਆਂ ਦੇ ਘੜੇ ਸ਼ਰਾਬ ਪੀਂਦਾ ਸੀ ਤੇ ਅਕਬਰ ਬਾਦਸ਼ਾਹ ਬੜਾ ਸਿਆਣਾ ਬਾਦਸ਼ਾਹ ਸੀ। ਉਹਨੇ ਵੇਖਿਆ ਵਿਚਾਰ ਕੀਤੀ ਕਿ ਦੇਸ਼ ਦੀ ਵਾਗਡੋਰ ਇੱਕ ਸ਼ਰਾਬੀ ਬੰਦੇ ਦੇ ਹੱਥ ਦੇ ਦੇਣੀ ਚੰਗੀ ਗੱਲ ਨਹੀਂ। ਸ਼ਰਾਬੀ ਨੇ ਸ਼ਰਾਬ ਦੇ ਨਸ਼ੇ ਵਿੱਚ ਦੇਸ਼ ਨੂੰ ਉਜਾੜ ਕੇ ਰੱਖ ਦੇਣਾ। ਉਹ ਚਾਹੁੰਦਾ ਸੀ ਕਿ ਜਹਾਂਗੀਰ ਦਾ ਲੜਕਾ ਜੋ ਸਾਹਿਬਜ਼ਾਦਾ ਖੁਸਰੋ ਹੈ ਉਹ ਬੜਾ ਸਿਆਣਾ ਹੈ, ਉਹਨੂੰ ਮੈਂ ਤਖਤ ਤੇ ਬਿਠਾ ਕੇ ਬਾਦਸ਼ਾਹ ਬਣਾ ਦਿਆਂ। ਇਸ ਕਰਕੇ ਬਾਦਸ਼ਾਹ ਸਾਹਿਬਜ਼ਾਦਾ ਖੁਸਰੋ ਦੇ ਖਿਲਾਫ ਸੀ। ਭਾਵੇਂ ਉਹਦਾ ਸੱਕਾ ਪੁੱਤਰ ਹੈ ਪਰ ਜਿਹੜਾ ਰਾਜ ਭਾਗ ਹੁੰਦਾ, ਰਾਜ ਭਾਗ ਦੇ ਨਸ਼ੇ ਵਿੱਚ ਤਾਂ ਸਕੀਆਂ ਮਾਵਾਂ ਪੁੱਤਾਂ ਦੇ ਦੁਸ਼ਮਣ ਬਣ ਜਾਂਦੀਆਂ। ਤੋ ਜਹਾਂਗੀਰ ਨੇ ਉਹਦੇ ਖਿਲਾਫ ਜਦੋਂ ਆਵਾਜ਼ ਉਠਾਈ, ਉਹ ਬਾਗੀ ਹੋ ਕੇ ਜਦੋਂ ਦੌੜਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਤਰਨਤਾਰਨ ਸਾਹਿਬ ਸੇਵਾ ਕਰਾ ਰਹੇ ਸੀ ਉਹਨਾਂ ਦਿਨਾਂ 'ਚ। ਉਹ ਗੁਰੂ ਪਾਤਸ਼ਾਹ ਦੀ ਸ਼ਰਨ ਆ ਗਿਆ ਕਿ ਮਹਾਰਾਜ ਜੀ ਦਾ ਦਰਬਾਰ ਲੱਗਾ, ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਕੋਈ ਵੀ ਆ ਸਕਦਾ, ਸਰਕਾਰ ਦਾ ਬਾਗੀ ਹੋਵੇਗਾ, ਗੁਰੂ ਘਰ ਦਾ ਤਾਂ ਨਹੀਂ। 2-4 ਦਿਨ ਗੁਰੂ ਘਰ ਵਿੱਚ ਰਹਿ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ। ਉਸੇ ਗੱਲ ਦਾ ਮੁੱਦਾ ਬਣਾ ਕੇ ਚੰਦੂ ਨੇ ਆਖਿਆ ਜੀ ਵੇਖੋ ਜਿਹੜਾ ਤੁਹਾਡਾ ਬਾਗੀ ਸੀ ਉਹਨੂੰ ਗੁਰੂ ਜੀ ਨੇ ਆਪਣੇ ਕੋਲ ਪਨਾਹ ਦਿੱਤੀ ਔਰ ਆਪਣੇ ਕੋਲ ਪਨਾਹ ਦੇ ਕੇ ਉਹਨੂੰ ਪਾਲਿਆ, ਯਾਨੀ ਕਿ ਤੁਹਾਡੇ ਖਿਲਾਫ ਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ ਬਾਦਸ਼ਾਹ ਸਲਾਮਤ ਤੇ ਯੋਗ ਨਹੀਂ, ਉਹਨਾਂ ਨੂੰ ਸੱਦਣਾ ਚਾਹੀਦਾ। ਅਖੀਰ ਕਹਿੰਦੇ ਜੀ ਦੰਡ ਕੀ ਲਾਇਆ ਜਾਵੇ? ਕਹਿੰਦੇ 2 ਲੱਖ ਰੁਪਈਆ ਜੁਰਮਾਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਲਾਇਆ ਜਾਏ। ਇਹਨਾਂ ਨੇ ਜੁਰਮਾਨਾ ਲਿਖ ਕੇ 2 ਲੱਖ ਰੁਪਈਆ ਇੱਕ ਐਦੀ ਨੂੰ ਸਤਿਗੁਰਾਂ ਕੋਲ ਭੇਜਿਆ। ਉਹ ਐਦੀ ਚੱਲ ਕੇ ਜਦੋਂ ਗੁਰੂ ਘਰ ਆਇਆ, ਭੇਜਿਆ ਤਾਂ ਸੀ ਉਹਨੂੰ ਵੀ ਤੂੰ ਗੁੱਸੇ ਨਾਲ ਪੇਸ਼ ਆਉਣਾ, ਪਰ ਗੁਰਦੇਵ ਦਾ ਪ੍ਰਤਾਪ ਵੇਖ ਕੇ ਉਹਦਾ ਸੀਸ ਝੁਕ ਗਿਆ ਤੇ ਉਹਨੇ ਪਰਵਾਨਾ ਜਿਹੜਾ ਸੀ ਸਰਕਾਰੀ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਦਿੱਤਾ। ਮਹਾਰਾਜ ਜਿਵੇਂ ਉਹਨਾਂ ਨੇ ਕਿਹਾ ਸੀ ਮੈਂ ਉੱਦਾਂ ਪੇਸ਼ ਨਹੀਂ ਆ ਸਕਦਾ, ਮੈਂ ਤੁਹਾਡਾ ਦਾਸ ਹਾਂ। ਚਿੱਠੀ ਪੜ੍ਹੀ, 2 ਲੱਖ ਰੁਪਈਆ ਉਹਦੇ 'ਚ ਜੁਰਮਾਨਾ ਤਾਰਨ ਨੂੰ ਕਿਹਾ ਸੀ। ਬਾਦਸ਼ਾਹ ਨੇ ਆਖਿਆ ਅਸੀਂ ਆਪ ਆਵਾਂਗੇ, ਉੱਥੇ ਬਾਦਸ਼ਾਹ ਨਾਲ ਆ ਕੇ ਗੱਲਬਾਤ ਕਰਾਂਗੇ।
ਇਹ ਕਹਿ ਕੇ ਐਦੀ ਨੂੰ ਵਾਪਸ ਭੇਜ ਦਿੱਤਾ ਹੈ। ਪੰਜਵੇਂ ਪਾਤਸ਼ਾਹ ਜਾਣਦੇ ਹਨ ਕਿ ਹੁਣ ਸ਼ਹੀਦੀ ਪ੍ਰਾਪਤ ਕਰਨੀ ਹੈ। ਸਮਾਂ ਆ ਗਿਆ, ਮੁਰਦਾ ਲੋਕਾਂ ਦੇ ਦਿਲਾਂ ਦੇ ਵਿੱਚ ਸਮੇਂ ਦੇ ਹਾਕਮਾਂ ਦੇ ਖਿਲਾਫ ਜੋ ਜਰਵਾਣੇ ਬਣ ਚੁੱਕੇ ਨੇ, ਰਾਜੇਸ਼ੀ ਮੁਕੱਦਮ ਕੁੱਤੇ ਹੋ ਚੁੱਕੇ ਨੇ, ਉਹਨਾਂ ਦੇ ਖਿਲਾਫ ਲੋਕਾਂ ਦੇ ਦਿਲਾਂ ਵਿੱਚ ਆਵਾਜ਼ ਬੁਲੰਦ ਕਰਨੀ ਹੈ। ਉਹਦੇ ਲਈ ਸ਼ਹੀਦੀ ਪ੍ਰਾਪਤ ਕਰਨੀ ਅਤੀ ਜ਼ਰੂਰੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਭਾਣਾ ਵਰਤਾ ਰਹੇ ਨੇ। ਸਤਿਗੁਰਾਂ ਦੀ ਆਪਣੀ ਲੀਲਾ ਹੈ ਇਹ ਸਾਰੀ। ਕਿਸੇ ਬੰਦੇ ਦੇ ਕੀ ਵਸ ਹੈ ਕਿ ਸਤਿਗੁਰਾਂ ਨੂੰ ਕੋਈ ਤਸੀਹੇ ਦੇ ਸਕੇ? ਗੁਰਦੇਵ ਦੀ ਆਪਣੀ ਖੇਡ ਹੈ ਸਾਰੀ। ਤੋ ਗਰੀਬ ਨਵਾਜ ਪੰਜਵੇਂ ਪਾਤਸ਼ਾਹ ਆਪ ਪਰਮੇਸ਼ਰ ਨੇ, ਆਪ ਅਕਾਲ ਪੁਰਖ ਨੇ। ਆਓ ਸਤਿਗੁਰਾਂ ਦੇ ਪਾਵਨ ਇਤਿਹਾਸ ਨੂੰ ਸਰਵਣ ਕਰੀਏ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਬਾਲਕ ਨੇ। ਜੋ ਚਾਹੇ ਮਰਜ਼ੀ ਕਰਨ ਦੀ ਸਮਰੱਥਾ ਰੱਖਦੇ ਨੇ, ਫਿਰ ਵੀ ਇੱਕ ਸਧਾਰਨ ਜਿਹੇ ਵਿਅਕਤੀ ਪਾਸੋਂ ਤੱਤੀ ਤਵੀ ਤੇ ਬਹਿੰਦੇ ਐ। ਉਬਲਦੇ ਦੇਗ ਦੇ ਵਿੱਚ ਪਾਣੀ ਵਿੱਚ ਉਬਲਦੇ ਆ, ਤਪਦਾ ਬਲਦਾ ਰੇਤ ਤਨ ਤੇ ਪਵਾਉਂਦੇ। ਮੇਰੇ ਸਤਿਗੁਰਾਂ ਦੀ ਲੀਲਾ ਦੱਸ ਰਹੇ ਨੇ ਕਿ ਕਿਵੇਂ ਗੁਰਸਿੱਖਾਂ ਨੇ ਰੱਬੀ ਰਜਾ ਨੂੰ ਸਤ ਕਰਕੇ ਮਿੱਠਾ ਕਰਕੇ ਮੰਨਣਾ ਹੈ। ਗੁਰਦੇਵ ਨੇ ਜੋ ਬਚਨ ਕਹੇ ਨੇ, ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਪੁੱਛਿਆ ਸੀ ਸਿੱਖਾਂ ਨੇ, ਮਹਾਰਾਜ ਬਚਨ ਸੱਚ ਹੋਣਗੇ? ਪਾਤਸ਼ਾਹ ਕਹਿੰਦੇ ਹੋਣਗੇ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਪ੍ਰਤੱਖ ਰੂਪ ਦੇ ਵਿੱਚ ਮਹਾਰਾਜ ਜੀ ਨੇ ਨਾ ਪਾਵਨ ਬਚਨਾਂ ਨੂੰ ਪ੍ਰਤੱਖ ਕਰਕੇ ਵਿਖਾਇਆ ਹੈ। ਆਓ ਪੰਜਵੇਂ ਬਾਪੂ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ, ਦੁਨੀਆ ਦੇ ਸਮਸਤ ਮੰਤਰਾਂ 'ਚੋਂ ਸਿਰਮੌਰ ਮੰਤਰ ਨੂੰ ਆਪਣੀ ਰਸਨਾ ਨਾਲ ਦੁਹਰਾਉਂਦਿਆਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅਰਜਨ ਬੈਠਿਓ ਗੁਰੂ, ਜਾਨਤ ਸਕਲ ਪ੍ਰਸੰਗ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ। ਸਾਰਾ ਪ੍ਰਸੰਗ ਸਮਝ ਗਏ ਵੀ ਐਦੀ ਆਇਆ, ਕਿਉਂ ਆਇਆ, ਕੀ ਮਨਸਾ ਲੈ ਕੇ ਆਇਆ, ਬਾਦਸ਼ਾਹ ਨੇ ਕਿਉਂ ਭੇਜਿਆ, ਉੱਥੇ ਕੀ ਵਰਤਾਰਾ ਵਰਤਿਆ, ਕੀ ਗੱਲਾਂ ਬਾਤਾਂ ਹੋਈਆਂ ਨੇ। ਜਾਣੀ ਜਾਣ ਨੇ ਸਤਿਗੁਰੂ ਨਿਕਟ ਵਸਾ ਦੇਖਿਆ ਸਭ ਸੋਈ। ਸਤਿਗੁਰੂ ਜੀ ਤਾਂ ਸਾਰਿਆਂ ਦੇ ਨਿਕਟ ਵਸ ਕੇ ਸਾਰਾ ਕੁਝ ਵੇਖਦੇ ਆ ਵੀ ਕਿੱਥੇ ਕੀ ਹੋ ਰਿਹਾ। ਹਾਂਜੀ, ਐਦੀ ਨੇ ਦਰਸ਼ਨ ਕਰਿਓ, ਪਾਸੀ ਤਲ ਸਰਬੰਗ। ਜਦੋਂ ਐਦੀ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਸ਼ੀਤਲ ਹੋ ਗਿਆ ਉਹਦਾ ਹਿਰਦਾ। ਆਇਆ ਤਾਂ ਸੀ ਬੜੇ ਗੁੱਸੇ ਨਾਲ। ਮਹਾਰਾਜ ਜੀ ਦੇ ਪਹਿਲਾਂ ਕਦੇ ਦਰਸ਼ਨ ਨਹੀਂ ਸਨ ਕੀਤੇ ਉਸ ਐਦੀ ਨੇ। ਜਦੋਂ ਆ ਕੇ ਦਰਸ਼ਨ ਕੀਤੇ ਤੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ ਵਾਲੀ ਖੇਡ ਵਰਤ ਗਈ। ਤਪਤ ਮਹਿ ਠਾਂਡ ਵਰਤਾਈ, ਅਨੰਦ ਭਇਆ ਦੁਖ ਨਾਠੇ ਭਾਈ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੀ ਐਦੀ ਦਾ ਹਿਰਦਾ ਸ਼ੀਤਲ ਤੇ ਠੰਡਾ ਠਾਰ ਹੋ ਗਿਆ। ਚੌਪਈ ਲਿਖਿਓ ਸ਼ਾਹ ਕੋ ਤਰਿਓ ਅਗਾਰੀ। ਜੋ ਬਾਦਸ਼ਾਹ ਜਹਾਂਗੀਰ ਨੇ ਐਦਨਾਮਾ ਲਿਖ ਕੇ ਭੇਜਿਆ ਸੀ ਗੁਰਦੇਵ ਪ੍ਰਤੀ, ਉਹ ਐਦਨਾਮਾ ਜਿਹਨੂੰ ਪ੍ਰਵਾਨਾ ਕਹਿ ਸਕਦੇ ਆ, ਸਰਕਾਰੀ ਹੁਕਮ ਕਹਿ ਸਕਦੇ ਆ, ਉਹ ਸਰਕਾਰੀ ਪ੍ਰਵਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ। ਆਪ ਜੋਰ ਕਰ ਬੰਧਨ ਤਾਰੀ। ਐਦੀ ਨੇ ਹੱਥ ਜੋੜ ਕੇ ਬੜੇ ਅਦਬ ਨਾਲ ਮਹਾਰਾਜ ਜੀ ਦੇ ਦਰਸ਼ਨ ਕੀਤੇ ਔਰ ਅਦਬ ਸਹਿਤ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ। ਦੀਕ ਸਰੂਪ ਸੁਭਾਉ ਵਿਸਾਲਾ। ਸਤਿਗੁਰੂ ਜੀ ਦੇ ਸਰੂਪ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦਾ ਸੋਹਣਾ ਜਿਹਾ ਸੁਭਾਵ ਵੇਖਿਆ। ਐਦੀ ਕਹਿ ਨ ਸਕਿਓ ਤਿਸ ਕਾਲਾ। ਕਹਿੰਦੇ ਜੋ ਗੱਲਾਂ ਕਹਿਣ ਨੂੰ ਕਹੀਆਂ ਸੀ ਨਾ ਚੰਦੂ ਨੇ ਵੀ ਤੂੰ ਤੱਤਾ ਭਾਰਾ ਹੋ ਕੇ ਗੱਲਬਾਤ ਕਰੀ, ਕਰੜਾ ਹੋ ਕੇ ਕਹੀਂ ਵੀ ਚਲੋ ਮੇਰੇ ਨਾਲ। ਕਹਿੰਦੇ ਜਿਹੜੀਆਂ ਗੱਲਾਂ ਕਹਿਣ ਨੂੰ ਕਹੀਆਂ ਸਨ ਉਹ ਐਦੀ ਕਹਿ ਨਹੀਂ ਸਕਿਆ। ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਮਹਾਰਾਜ ਜੀ ਦਾ ਜਲਾਲ ਹੀ ਇੰਨਾ ਸੀ ਕਿ ਵੇਖਦਿਆਂ ਉਹਦੀਆਂ ਅੱਖਾਂ ਝੁਕ ਗਈਆਂ ਨੇ, ਉਹਦਾ ਸਿਰ ਝੁਕ ਗਿਆ ਸਤਿਗੁਰਾਂ ਦੇ ਸਨਮੁਖ। ਸਤਿਗੁਰ ਸੋ ਖੁਲਾਏ ਪਠਵਾਇਓ। ਜਿਹੜੀ ਚਿੱਠੀ ਲੈ ਕੇ, ਜਿਹੜਾ ਪਰਵਾਨਾ ਲੈ ਕੇ ਬਾਦਸ਼ਾਹ ਦਾ ਆਇਆ ਸੀ ਉਹ ਐਦੀ
ਮਹਾਰਾਜ ਜੀ ਨੇ ਖੋਲ ਕੇ ਉਹ ਪੜਵਾਇਆ ਹੈ। ਧਨ 2 ਲੱਖ ਸ਼ਾਹ ਮੰਗਵਾਇਓ। ਉਸ ਪਰਵਾਨੇ 'ਚ ਲਿਖਿਆ ਸੀ ਕਿ ਬਾਦਸ਼ਾਹ ਨੇ ਤੁਹਾਡੇ ਤੇ 2 ਲੱਖ ਰੁਪਈਆ ਜੁਰਮਾਨਾ ਲਾਇਆ ਹੈ। ਉਹ 2 ਲੱਖ ਰੁਪਈਆ ਬਾਦਸ਼ਾਹ ਮੰਗਵਾ ਰਿਹਾ ਹੈ। ਸ਼੍ਰੀ ਅਰਜਨ ਸਗਰੀ ਬਿਦ ਜਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਾਣੀ ਜਾਣ ਸਤਿਗੁਰਾਂ ਨੇ ਸਾਰੀ ਵਿਧ ਜਾਣ ਲਈ। ਮਨਸਾ ਸਮਝ ਲਈ ਬਾਦਸ਼ਾਹ ਦੀ ਵੀ ਤੇ ਦੀਵਾਨ ਚੰਦੂ ਦੀ। ਤਜਨੀ ਕਾਇਆ ਆਪਨ ਪਛਾਨੀ। ਜਾਣ ਗਏ ਸਤਿਗੁਰੂ ਕੇ ਹੁਣ ਇਸ ਕਾਇਆ ਨੂੰ ਤਿਆਗਣ ਦਾ ਵੇਲਾ ਆ ਗਿਆ। ਤਿਆਗਣੀ ਤਾਂ ਹੈ ਹੀ ਆ, ਇੱਕ ਨਾ ਇੱਕ ਦਿਨ ਇਹ ਕਾਇਆ। ਹੁਣ ਤਿਆਗਾਂਗੇ ਤਾਂ ਮੁਰਦਿਆਂ ਦੇ ਵਿੱਚ ਜਿੰਦ ਪਵੇਗੀ, ਜਾਨ ਪਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸਨ ਕਿ ਹੁਣ ਤਨ ਨੂੰ ਤਜਣ ਦਾ, ਤਿਆਗਣ ਦਾ ਵੇਲਾ ਆ ਗਿਆ। ਤਜਨ ਦੇ ਦੁੱਖ ਪਾਏ ਉਚਾਰਾ। ਹੁਣ ਅਨੇਕ ਪ੍ਰਕਾਰ ਦੇ ਤਸੀਹੇ ਚੱਲਣੇ ਹਨ, ਫਿਰ ਇਸ ਸਰੀਰ ਨੂੰ ਤਿਆਗਣਾ ਹੈ। ਹਰ ਗੋਬਿੰਦ ਗੁਰ ਬੈਠੇ ਭਾਰੀ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉਸ ਵੇਲੇ ਲਾਗੇ ਬੈਠੇ ਸਨ। ਮਹਾਬਲੀ ਬੜ ਸ਼ਸਤਰਨ ਧਾਰੀ। ਪੰਜਵੇਂ ਪਾਤਸ਼ਾਹ ਜਾਣਦੇ ਨੇ ਕਿ ਹੁਣ ਇਹਨਾਂ ਨੇ ਤਖਤ ਤੇ ਬੈਠਣਾ ਤੇ ਸ਼ਸਤਰ ਧਾਰੀ ਹੋ ਕਰਕੇ, ਭਾਰੀ ਗੁਰੂ ਹੋ ਕਰਕੇ, ਬਲੀ ਗੁਰੂ ਹੋ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਣਾ ਹੈ। ਸੋ ਸਭ ਬਦਲਾ ਲੇ ਗੋ ਹਮਾਰਾ। ਆ ਜਰਵਾਣੇ ਜਿਹੜੇ ਵਧੀਕੀਆਂ ਕਰ ਰਹੇ ਨੇ, ਇਹਨਾਂ ਜਰਵਾਣਿਆਂ ਨੂੰ ਸੋਧਾ ਲਾਉਣਗੇ ਗੁਰੂ ਹਰਗੋਬਿੰਦ ਸਾਹਿਬ। ਉਹ ਲੈਣਗੇ ਆਪੇ ਬਦਲਾ, ਕਿਉਂਕਿ ਬਦਲਾ ਲੈਣਾ ਸੂਰਮਿਆਂ ਦਾ, ਯੋਧਿਆਂ ਦਾ ਕਰਤੱਵ ਹੁੰਦਾ। ਬਦਲਾ 2 ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਨਿੱਜੀ ਰੰਜਿਸ਼ ਨਾਲ, ਇੱਕ ਹੁੰਦਾ ਪੱਗ ਡਿੱਗੀ ਨੂੰ ਮੁੜ ਕੇ ਸਿਰ ਤੇ ਧਰਨ ਵਾਸਤੇ ਕੌਮਾਂ ਲਈ ਬਦਲਾ ਲੈਂਦੇ, ਮਜ਼ਹਬਾਂ ਲਈ, ਆਪਣੀਆਂ ਮਤਾਂ ਲਈ ਜਾਂ ਆਪਣੇ ਧਰਮਾਂ ਲਈ ਬਦਲਾ ਲੈਣਾ। ਉਹ ਬਦਲਾ ਲੈਣਾ ਸਾਰਥਕ ਬਦਲਾ ਹੈ। ਨਿੱਜੀ ਰੰਜਿਸ਼ਾਂ ਵਾਸਤੇ ਜਿਹੜੇ ਇੱਕ ਦੂਜੇ ਨੂੰ ਮਾਰਦੇ, ਉਹਦਾ ਵਿਰੋਧ ਹੈ ਗੁਰਮਤਿ ਵਿੱਚ। ਪਰ ਜਦੋਂ ਕੋਈ ਜਰਵਾਣਾ ਗੁਰੂ ਘਰ ਦੇ ਉੱਤੇ ਚੜ੍ਹ ਕੇ ਆਇਆ, ਉਹਨੂੰ ਸੋਧਾ ਲਾਣਾ, ਉਸ ਪਾਪੀ ਦੀ ਕਰਨੀ ਦਾ ਫਲ ਉਹਨੂੰ ਭੁਗਤਾਉਣਾ, ਇਹ ਸੂਰਮਿਆਂ ਦਾ ਕਰਤੱਵ ਰਿਹਾ, ਪਹਿਲਾਂ ਵੀ ਹੁਣ ਵੀ ਤੇ ਅੱਗੇ ਨੂੰ ਵੀ ਰਹੇਗਾ। ਗਰੀਬ ਨਵਾਜ ਪਾਤਸ਼ਾਹ ਪੰਜਵੇਂ ਗੁਰਦੇਵ ਜੀ ਵਿਚਾਰ ਕਰ ਰਹੇ ਨੇ ਮਨ 'ਚ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਨਾਂ ਮਲੇਛਾਂ ਕੋਲੋਂ ਬਦਲਾ ਲੈਣਗੇ ਸਾਡੀ ਸ਼ਹੀਦੀ ਦਾ। ਭੂਤ ਭਵਿੱਖ ਭਲੇ ਨਿਰਤਾਰਾ। ਭੂਤ ਕਾਲ ਤੇ ਭਵਿੱਖ ਕਾਲ ਤੇ ਵਰਤਮਾਨ ਕਾਲ, ਇਹਨਾਂ ਤਿੰਨਾਂ ਕਾਲਾਂ ਦੇ ਸਤਿਗੁਰੂ ਜੀ ਜਾਣੀ ਜਾਣਦੇ ਨੇ। ਵੇਖ ਲਿਆ ਕਿ ਭਵਿੱਖ ਵਿੱਚ ਕੀ ਵਰਤਾਰਾ ਵਰਤਣਾ ਹੈ। ਇੱਕ ਦਿਵਸ ਐਦੀ ਕੋ ਰਾਖਿਓ। ਉਹ ਜਿਹੜਾ ਐਦੀ ਚਿੱਠੀ ਲੈ ਕੇ ਆਇਆ ਸੀ, ਉਹਨੂੰ ਇੱਕ ਦਿਨ ਲਈ ਸਤਿਗੁਰੂ ਜੀ ਨੇ ਆਪਣੇ ਪਾਸ ਆਪਣੀ ਸ਼ਰਣ 'ਚ ਰੱਖਿਆ। ਭਈ ਪ੍ਰਾਤ ਤੇ ਸਤਿਗੁਰ ਭਾਖਿਓ। ਅਗਲਾ ਦਿਨ ਚੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਐਦੀ ਨੂੰ ਹੁਕਮ ਕੀਤਾ, ਹਮ ਲਾਹੌਰ ਆਪੇ ਚੱਲ ਜੈ ਹੈ। ਮਹਾਰਾਜ ਜੀ ਕਹਿੰਦੇ, ਭਾਈ ਸੱਜਣਾ ਤੂੰ ਵਾਪਸ ਜਾ ਲਾਹੌਰ ਸ਼ਹਿਰ, ਅਸੀਂ ਆਪ ਲਾਹੌਰ ਚੱਲ ਕੇ ਆਵਾਂਗੇ ਕੁਝ ਦਿਨਾਂ ਤਾਈਂ। ਕਈ ਸ਼ਾਹ ਜੋ ਤੈ ਠਾਂ ਦੇ ਹੈ। ਬਾਦਸ਼ਾਹ ਨੇ ਜਿਹੜੀ ਗੱਲਬਾਤ ਕੀਤੀ ਹੈ, ਜਿਹੜਾ 2 ਲੱਖ ਰੁਪਈਆ ਮੰਗਦਾ ਹੈ, ਉਹਦੇ ਸਬੰਧ ਵਿੱਚ ਗੱਲਬਾਤ ਅਸੀਂ ਉੱਥੇ ਆ ਕੇ ਕਰਾਂਗੇ, ਲਾਹੌਰ ਦਰਬਾਰ ਵਿੱਚ ਪਹੁੰਚ ਕੇ। ਇਸ ਪ੍ਰਕਾਰ ਕਹਿ ਐਦੀ ਤੋਰਿਓ। ਏਦਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਐਦੀ ਨੂੰ ਥੋੜੇ ਬਹੁਤੇ ਸਿਰੇ ਪਾਉ ਦੇ ਕੇ, ਉਹਦਾ ਮਾਣ ਸਨਮਾਨ ਕਰਕੇ, ਕਿਉਂਕਿ ਪ੍ਰੇਮ ਸੀ ਮਹਾਰਾਜ ਜੀ ਦੇ ਨਾਲ ਉਹਦੇ ਮਨ 'ਚ ਆ ਗਿਆ, ਤੋ ਸਤਿਗੁਰੂ ਜੀ ਨੇ ਉਹਨੂੰ ਵਿਦਾ ਕੀਤਾ ਹੈ। ਬੋਲਿਓ ਸੋ ਨਿਜ ਹੱਥਨ ਜੋਰਿਓ। ਹੱਥ ਜੋੜ ਕੇ ਜਾਣ ਤੋਂ ਪਹਿਲਾਂ ਉਹ ਐਦੀ ਬੋਲਿਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿਣ ਲੱਗਾ, ਜਿਮ ਚੰਦੂ ਨੇ ਮੋਏ ਪਠਾਇਓ। ਕਹਿਣ ਲੱਗਾ ਜੀ ਜਿਵੇਂ ਮੈਨੂੰ ਚੰਦੂ ਨੇ ਖੋਟੀ ਵਿਧੀ ਸਿਖਾ ਕੇ, ਖੋਟੇ ਬੋਲ ਬੋਲ ਕੇ ਤੁਹਾਡੇ ਕੋਲ ਭੇਜਿਆ ਹੈ, ਖੋਟੇ ਬਾਕਨ ਕੋ ਸਿਖਰਾਇਓ। ਉਹਨੇ ਮੈਨੂੰ ਬੜੇ ਬੜੇ ਖੋਟੇ ਬੋਲ ਤੁਹਾਨੂੰ ਬੋਲਣ ਨੂੰ ਕਹੇ ਸਨ, ਬੜੇ ਭੈੜੇ ਬੋਲ ਜਿਹੜੇ ਮੈਂ ਕਤਈ ਸੋਚ ਵੀ ਨਹੀਂ ਸਕਦਾ, ਉਹ ਬੋਲ ਉਹਨੇ ਬੋਲਣ ਨੂੰ ਆਪ ਜੀ ਦੇ ਕੋਲ ਮੈਨੂੰ ਭੇਜਿਆ ਸੀ। ਸੋ ਮੁਝ ਤੇ ਕਿਮ ਨੈ ਬਨ ਆਵੇ। ਮਹਾਰਾਜ ਉਹ ਮੈਂ ਕਦੇ ਬੋਲ ਹੀ ਨਹੀਂ ਸਕਦਾ, ਸੋਚ ਵੀ ਨਹੀਂ ਸਕਦਾ, ਉਹਨਾਂ ਬੋਲਾਂ ਦਾ ਸੰਕਲਪ ਵੀ ਨਹੀਂ ਕਰ ਸਕਦਾ ਜਿਹੜੇ ਬੋਲ ਬੋਲਣ ਨੂੰ ਚੰਦੂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਸੀ। ਤੁਮ ਦਰਸ਼ਨ ਤੇ ਕੁਮਤ ਨਸਾਵੇ। ਮਹਾਰਾਜ ਪਹਿਲਾਂ ਤਾਂ ਮੈਂ ਸੋਚ ਕੇ ਆਇਆ ਸੀ ਵੀ ਬੋਲਾਂਗਾ, ਪਰ ਜਦੋਂ ਆ ਕੇ ਤੁਹਾਡੇ ਦਰਸ਼ਨ ਕੀਤੇ, ਦਰਸ਼ਨ ਕਰਦੇ ਮੇਰੀ ਮਾੜੀ ਭੈੜੀ ਮਤ ਬਿਨਸ ਗਈ ਹੈ। ਮਹਾਰਾਜ ਤੁਹਾਡੇ ਦਰਸ਼ਨਾਂ ਦਾ ਪ੍ਰਤਾਪ ਹੀ ਐਸਾ ਹੈ
ਕਿ ਦਰਸ਼ਨ ਕਰਦੇ ਹੀ ਮੇਰੀ ਕੁਮਤ ਚਲੀ ਗਈ ਹੈ। अपनो सेवक मोए पहचानो। ਮਹਾਰਾਜ ਮੈਂ ਹੁਣ ਤੁਹਾਡਾ ਮਨ ਬਚ ਕਰਮ ਕਰਕੇ ਸੇਵਕ ਬਣ ਗਿਆ ਹਾਂ, ਮੈਨੂੰ ਆਪ ਜੀ ਆਪਣਾ ਸੇਵਕ ਪਛਾੜੋ, ਮੈਂ ਤੁਹਾਡੇ ਸੇਵਕਾਂ ਦਾ ਸੇਵਕ ਹੋ ਗਿਆ ਹਾਂ। रावर कहो तथा अब मानो। ਮਹਾਰਾਜ ਜਿਵੇਂ ਆਪ ਜੀ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਤੁਸੀਂ ਕਹੋ ਵੀ ਖਲੋ ਜਾ ਮੈਂ ਖੜਾ, ਤੁਸੀਂ ਕਹੋ ਵੀ ਜਾ ਤੇ ਮੈਂ ਜਾਵਾਂਗਾ, ਤੁਸੀਂ ਕਹੋ ਵੀ ਇੱਥੇ ਹੀ ਰਹਿ ਕੇ ਸੇਵਾ ਕਰ ਤੇ ਮੈਂ ਇੱਥੇ ਹੀ ਰਹਿਣ ਨੂੰ ਤਿਆਰ ਹਾਂ। ਹੁਣ ਮੈਂ ਆਪ ਜੀ ਦਾ ਮੁੱਲ ਖਰੀਦਾ ਗੋਲਾ ਲਾਲਾ ਹੋ ਗਿਆ। पुरुषोत्तम तुम सब कुछ जानो। ਮਹਾਰਾਜ ਤੁਸੀਂ ਉੱਤਮ ਪੁਰਸ਼ ਹੋ, ਪੁਰਸ਼ੋਤਮ ਕਹਿੰਦੇ ਉੱਤਮ ਪੁਰਸ਼ ਨੂੰ, ਆਪ ਜੀ ਉੱਤਮ ਪੁਰਸ਼ ਹੋ, ਪਰੰਪਰਾਵਰ ਨਾਥ ਹੋ। ਮਹਾਰਾਜ ਜਿਵੇਂ ਆਪ ਜੀ ਕਹੋਗੇ ਮੈਂ ਤਿਵੇਂ ਮੰਨਾਂਗਾ, ਜਿਵੇਂ ਤੁਸੀਂ ਹੁਕਮ ਕਰੋਗੇ ਮੈਂ ਪ੍ਰਵਾਨ ਕਰਾਂਗਾ। तो दीवान दुष्ट पहचानो। ਪਰ ਮਹਾਰਾਜ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, ਤੁਸੀਂ ਜਾਣੀ ਜਾਣਦੇ ਸਭ ਕੁਝ, ਪਰ ਫਿਰ ਵੀ ਮੈਂ ਦੱਸਦਾ ਹਾਂ ਕਿ ਪਾਪੀ ਚੰਦੂ ਬੜਾ ਹੀ ਖੋਟਾ ਬੰਦਾ ਹੈ। ਮਹਾਰਾਜ ਕਰੋੜਾਂ ਖੋਟੇ ਤੇ ਮਾੜੇ ਭੈੜੇ ਬੰਦੇ ਮਰੇ ਹੋਣਗੇ ਤਾਂ ਜਾ ਕੇ ਉਹਨਾਂ ਦਾ ਇੱਕ ਚੰਦੂ ਪੈਦਾ ਹੋਇਆ ਹੋਣਾ। ਏਡਾ ਵੱਡਾ ਮਲੇਛ ਤੇ ਜਰਵਾਣਾ ਹੈ ਚੰਦੂ। तिसते आप रहो सावधाना। ਮਹਾਰਾਜ ਉਸ ਚੰਦੂ ਤੋਂ ਸਾਵਧਾਨ ਰਹੋ, ਉਹ ਬਾਦਸ਼ਾਹ ਦੇ ਪਾਸ ਜਾ ਕੇ ਤੁਹਾਡੇ ਖਿਲਾਫ ਭੁਗਤਦਾ ਹੈ। ਮੈਂ ਕਈ ਮਹੀਨਿਆਂ ਤੋਂ ਵੇਖਦਾ ਉਹ ਤੁਹਾਡੇ ਖਿਲਾਫ ਅਨੇਕ ਪ੍ਰਕਾਰ ਦੀਆਂ ਚੁਗਲੀਆਂ ਕਰਦਾ ਹੈ। सकल को कर्म तिसी ने ठाना। ਮਹਾਰਾਜ ਹੁਣ ਵੀ ਜਿਹੜਾ ਤੁਹਾਨੂੰ ਬੁਲਾਉਣ ਲਈ ਆ 2 ਲੱਖ ਰੁਪਈਆ ਦੰਡ ਲਾਉਣ ਲਈ ਬਾਦਸ਼ਾਹ ਨੇ ਪਰਵਾਨਾ ਭੇਜਿਆ, ਇਹ ਸਾਰੀ ਸਿਖਾਵਤ ਚੰਦੂ ਨੇ ਸਿਖਾਈ ਹੈ ਬਾਦਸ਼ਾਹ ਨੂੰ। ਹੁਣ ਵੀ ਬਾਦਸ਼ਾਹ ਦੇ ਕੰਨ ਤੁਹਾਡੇ ਖਿਲਾਫ ਚੰਦੂ ਨੇ ਭਰੇ ਹਨ। ऐदी ते सुन कीन पसाओ। ਸਤਿਗੁਰੂ ਜੀ ਨੇ ਜਦੋਂ ਐਦੀ ਦੀਆਂ ਇਹ ਗੱਲਾਂ ਸੁਣੀਆਂ ਮਹਾਰਾਜ ਪ੍ਰਸੰਨ ਹੋਏ ਕਿ ਐਦੀ ਨੇ ਆਪਣੇ ਵੱਲੋਂ ਪੂਰਨ ਤੌਰ ਤੇ ਇਮਾਨਦਾਰੀ ਨਾਲ ਸਾਰੀ ਗੱਲਬਾਤ ਸਤਿਗੁਰੂ ਜੀ ਨੂੰ ਦੱਸ ਦਿੱਤੀ ਹੈ। सतगुर देत पए सिर पाओ। ਮਹਾਰਾਜ ਜੀ ਨੇ ਸਿਰੇ ਪਾਓ ਮੰਗਾ ਕੇ ਐਦੀ ਨੂੰ ਬਖਸ਼ਿਸ਼ ਕੀਤਾ ਹੈ। बुरा जो होए आप गर जय हैं। ਮਹਾਰਾਜ ਜੀ ਕਹਿੰਦੇ ਐਦੀ ਨੂੰ ਸੱਜਣਾ, ਜਿਹੜਾ ਕੋਈ ਬੁਰਾ ਕਰੇਗਾ ਗੁਰੂ ਘਰ ਦਾ ਉਹ ਆਪੇ ਆਪਣੀ ਬੁਰਾਈ 'ਚ ਗਲ ਜਾਏਗਾ। ਬੁਰਾ ਜੋ ਹੋਏ ਆਪ ਗਰ ਜੈ ਹੈ, ਜਿਹੜਾ ਕੋਈ ਗੁਰੂ ਨਾਨਕ ਦੇ ਘਰ ਨਾਲ ਬੁਰਾ ਚਿਤਵੇਗਾ ਉਹ ਬੁਰਾਈ ਦੇ ਉਸ ਕੋੜ ਦੇ ਵਿੱਚ ਆਪ ਹੀ ਗਲ ਕੇ ਸੜ ਕੇ ਝੜ ਜਾਏਗਾ। मूर्ख अपनो कीता पै। ਜਿਹੜਾ ਕੋਈ ਮੂਰਖ ਏਦਾਂ ਦੀ ਬੇਅਦਬੀ ਕਰੇਗਾ ਗੁਰੂ ਘਰ ਦੀ ਉਹ ਆਪਣਾ ਕੀਤਾ ਆਪੇ ਹੀ ਪਾਵੇਗਾ। रुखसद होए ऐदी चल गए। ਏਦਾਂ ਕਹਿ ਕੇ ਗੁਰਦੇਵ ਨੇ ਐਦੀ ਨੂੰ ਰੁਖਸਤ ਕੀਤਾ। ਉਹ ਐਦੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਚਲਾ ਗਿਆ। चंदू संग कहत इम पयो। ਜਾ ਕੇ ਚੰਦੂ ਨੂੰ ਕਹਿਣ ਲੱਗਾ मुझको कहो आप में आवे। ਮਹਾਰਾਜ ਜੀ ਚੰਦੂ ਨੂੰ ਜਾ ਕੇ ਕਹਿੰਦਾ ਜੀ ਗੁਰੂ ਜੀ ਕਹਿੰਦੇ ਆ ਮੈਨੂੰ ਕਿ ਮੈਂ ਆਪੇ ਚੱਲ ਕੇ ਆਵਾਂਗਾ। ਉਹਨਾਂ ਨੇ ਦੰਡ ਨਹੀਂ ਭਰਿਆ, 2 ਲੱਖ ਰੁਪਈਆ ਜੁਰਮਾਨਾ ਨਹੀਂ ਦਿੱਤਾ। ਉਹ ਕਹਿੰਦੇ ਅਸੀਂ ਆਪ ਬਾਦਸ਼ਾਹ ਕੋਲ ਚੱਲ ਕੇ ਆਵਾਂਗੇ। कई शासो तहां दिवावे। ਉਹ ਕਹਿੰਦੇ ਬਾਦਸ਼ਾਹ ਨਾਲ ਗੱਲਬਾਤ ਕਰਾਂਗੇ ਅਸੀਂ ਇਸ ਮਸਲੇ 'ਚ। ਬਾਦਸ਼ਾਹ ਨੂੰ ਪੁੱਛਾਂਗੇ ਵੀ ਉਹ ਕਾਹਦਾ 2 ਲੱਖ ਰੁਪਈਆ ਜੁਰਮਾਨਾ ਮੰਗਦਾ ਹੈ। सुन खुन सियो गमनियो टिग शाऊ। ਇਹ ਸੁਣ ਕੇ ਚੰਦੂ ਬੜਾ ਖੁਨਸ ਵਿੱਚ ਆਇਆ ਵੀ ਉਹਨਾਂ ਨੇ ਇੰਨੀ ਜ਼ਿਆਦਾ ਵਧੀਕੀ ਕੀਤੀ ਵੀ ਬਾਦਸ਼ਾਹ ਦਾ ਪਰਵਾਨਾ ਸੁਣਦਿਆਂ ਵੀ ਨਹੀਂ ਮੰਨਿਆ ਤੇ ਆਏ ਨਹੀਂ ਨਾਲ ਚੱਲ ਕੇ। ਕਹਿੰਦੇ ਮੈਂ ਆਪੇ ਆਵਾਂਗਾ ਬਾਅਦ ਵਿੱਚ। ਚੰਦੂ ਨੇ ਇਸ ਗੱਲ ਦੀ ਬੜੀ ਖੁਨਸ ਖਾਧੀ, ਗੁੱਸੇ ਵਿੱਚ ਆਇਆ। करी अर्ज वह कर तब पाऊ। ਇਹ ਸਿੱਧਾ ਬਾਦਸ਼ਾਹ ਕੋਲ ਗਿਆ ਘਰੋਂ, ਕੱਪੜੇ ਵੀ ਨਹੀਂ ਸੰਭਾਲੇ ਤਨ ਦੇ। ਬਾਦਸ਼ਾਹ ਕੋਲ ਜਾ ਕੇ ਹੱਥ ਜੋੜ ਕੇ ਬਾਦਸ਼ਾਹ ਨੂੰ ਅਰਜ਼ ਕਰਕੇ ਬੋਲਿਆ। नै श्री अर्जन तन कुछ दीनो। ਕਹਿਣ ਲੱਗਾ ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਸਾਹਿਬ ਨੇ ਕੋਈ ਇੱਕ ਕੌਡੀ ਨਹੀਂ ਦਿੱਤੀ, ਐਦੀ ਖਾਲੀ ਹੱਥ ਪਰਤ ਆਇਆ। ਉਹਨਾਂ ਨੇ ਇੱਕ ਕੌਡੀ ਕਾਣੀ ਜਿਹੜੀ ਆ ਉਹ ਨਹੀਂ ਦਿੱਤੀ। ऐदी संग न आवन कीनो। ਔਰ ਐਦੀ ਦੇ ਨਾਲ ਉਹ ਚੱਲ ਕੇ ਵੀ ਨਹੀਂ ਆਏ ਆਪ, ਐਦੀ ਦੇ ਨਾਲ ਆਪ ਤੁਰ ਕੇ ਵੀ ਨਹੀਂ ਆਏ। नहीं त्रास कुछ करे तुम्हारो। ਦੇਖੋ ਬਾਦਸ਼ਾਹ ਸਲਾਮਤ ਤੋਂ ਕਿੰਨੇ ਵਧੇ ਹੋਏ ਨੇ, ਕਿੰਨੇ ਨਿਡਰ ਨੇ ਕਿ ਉਹਨਾਂ ਨੇ ਤੁਹਾਡੀ ਪਰਵਾਹ ਨਹੀਂ ਮੰਨੀ, ਤੁਹਾਡਾ ਡਰ ਨਹੀਂ ਮੰਨਿਆ ਤੇ ਚੱਲ ਕੇ ਨਹੀਂ ਆਏ। हुक्म अदूली गुने विचारो। ਉਹਨਾਂ ਨੇ ਇੱਕ ਅਪਰਾਧ ਤੇ ਹੁਣ ਦੂਜਾ ਅਪਰਾਧ ਇਹ ਕੀਤਾ ਵੀ ਤੁਹਾਡੀ ਹੁਕਮ ਅਦੂਲੀ ਕੀਤੀ ਹੈ। ਤੁਹਾਡਾ ਹੁਕਮ ਮੰਨ ਕੇ ਉਹ ਆਏ ਨਹੀਂ
ਨਾ ਆਉਂਦੇ ਪੈਸੇ ਤਾਂ ਭੇਜਦੇ, ਉਹ ਵੀ ਨਹੀਂ ਭੇਜੇ। ਇਹ ਦੋਹਰੀ ਉਹਨਾਂ ਨੇ ਵੱਡੀ ਗਲਤੀ ਕੀਤੀ ਹੈ, ਹੁਕਮ ਅਦੂਲੀ ਦਾ ਗੁਨਾਹ ਉਹਨਾਂ ਨੇ ਕੀਤਾ ਹੈ। ਸ਼ਾਹ ਕਿਉ ਕੋ ਦਿਨ ਕਰ ਮੌਨ। ਬਾਦਸ਼ਾਹ ਕਹਿੰਦਾ ਦੀਵਾਨ ਜੀ ਹੌਸਲਾ ਕਰੋ, ਕਾਹਲੀ ਨਾ ਕਰੋ, ਕੁਝ ਦਿਨ ਵੇਖੋ ਚੁੱਪ ਰਹਿ ਕੇ, ਚੁੱਪ ਰਹੋ। ਪਰਵਾਨਾ ਭੇਜ ਦਿੱਤਾ, ਵੇਖਦੇ ਆ ਵੀ ਕੀ ਹੁੰਦਾ ਉਧਰ। ਬਾਦਸ਼ਾਹ ਕਰ ਤਾਂ ਆਪ ਹੀ ਰਿਹਾ ਸੀ, ਉਹਨੇ ਮੋਹਰਾ ਚੰਦੂ ਨੂੰ ਬਣਾਇਆ ਹੋਇਆ ਸੀ। ਉਹ ਵੇਖਣਾ ਚਾਹੁੰਦਾ ਸੀ ਵੀ ਕਿੱਦਾਂ ਦਾ ਲੋਕਾਂ ਵੱਲੋਂ ਇਤਰਾਜ਼ ਉੱਠਦਾ, ਵੀ ਜੇ ਮੈਂ ਪਰਵਾਨਾ ਭੇਜਿਆ ਲੋਕਾਂ 'ਚ ਕਿੱਦਾਂ ਦੀ ਗੱਲਬਾਤ ਗੁਰੂ ਜੀ ਕਰਦੇ ਆ। ਉਹ ਏਦਾਂ ਰਾਜਨੀਤਿਕ ਲੋਕ ਵੇਖਦੇ ਰਹਿੰਦੇ ਟੋ ਟੋ ਕੇ ਨਾ ਲੋਕਾਂ ਨੂੰ, ਵੀ ਕਿੰਨਾ ਕੁ ਟੀਕਾ ਪੈਨਸਲਿਨ ਦਾ ਲਾਈਏ ਤੇ ਰਿਐਕਸ਼ਨ ਕਰਦਾ ਕਿ ਨਹੀਂ ਕਰਦਾ, ਹੌਲੇ ਹੌਲੇ ਕਰਕੇ ਉਹ ਵੇਖਦੇ ਰਹਿੰਦੇ ਆ ਲੋਕ। ਰਾਜਨੀਤਿਕ ਲੋਕਾਂ ਦੀ ਬਿਰਤੀ ਹੁੰਦੀ ਹੈ। ਤੋ ਬਾਦਸ਼ਾਹ ਨੂੰ ਪਤਾ ਸੀ ਵੀ ਮੈਂ ਤਾਂ ਕਰਨਾ, ਉਹਦਾ ਕਰਨਾ ਹੀ ਹੈ। ਤੋ ਉਹਨੇ ਦੀਵਾਨ ਚੰਦੂ ਨੂੰ ਆਖਿਆ, ਕਹਿੰਦਾ ਚੰਦੂ ਤੂੰ ਚੁੱਪ ਰਹਿ, ਕੁਝ ਦਿਨਾਂ ਲਈ ਮੌਨ ਰਹਿ ਕੇ ਵੇਖ ਕੀ ਹੁੰਦਾ। ਨੈਣ ਪਠਾਉ ਮਾਨਵ ਕੌਣ। ਹੁਣ ਨਹੀਂ ਮੈਂ ਕੋਈ ਬੰਦਾ ਭੇਜਣਾ, ਹਾਲੇ ਕੁਝ ਦਿਨ ਉਹਨਾਂ ਦੇ ਕੋਲ। ਜਿਨੇ ਆਵੇਂ ਤੈਂ ਟਿਕ ਰਹੇ। ਤੇ ਜੇ ਉਹ ਨਾ ਆਏ, ਕੁਝ ਦਿਨ ਉਡੀਕਦੇ ਆ, ਜੇ ਉਹ ਨਾ ਆਏ ਉੱਥੇ ਹੀ ਟਿਕੇ ਰਹੇ। ਪੁਨ ਤਿਉ ਕਰੇ ਜਥਾ ਤੂੰ ਕਹੀਂ। ਤੇ ਫਿਰ ਜਿਵੇਂ ਤੂੰ ਕਹੇਗਾ ਮੈਂ ਉਦਾਂ ਕਰਾਂਗਾ, ਪਰ ਹਾਲੇ ਕੁਝ ਦਿਨ ਨਾ ਆਪਾਂ ਬੰਦਾ ਨਹੀਂ ਭੇਜਣਾ, ਕੁਝ ਦਿਨ ਉਡੀਕ ਕਰਦੇ ਆ, ਵੇਖਦੇ ਆ ਵੀ ਗੁਰੂ ਜੀ ਆਉਂਦੇ ਆ ਕਿ ਨਹੀਂ ਆਉਂਦੇ। ਜੇ ਨਾ ਆਏ ਫਿਰ ਆਪਾਂ ਜਿਵੇਂ ਤੂੰ ਕਹੇਗਾ ਉਦਾਂ ਕਰਾਂਗੇ। ਇਤ ਸ਼੍ਰੀ ਅਰਜਨ ਸਭ ਕੁਝ ਜਾਣਾ। ਇੱਧਰ ਜਾਣੀ ਜਾਣ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਕੁਝ ਜਾਣ ਗਏ ਸਨ, ਸਾਰੀ ਖੇਡ ਸਮਝ ਗਏ ਸਨ। ਹੋਨਹਾਰ ਬਿਰਤੰਤ ਮਹਾਨਾ। ਜਾਣ ਗਏ ਸਨ ਵੀ ਕੀ ਹੋਣੀ ਵਰਤਣੀ ਹੈ, ਕਿ ਅਸੀਂ ਜਾ ਕੇ ਸ਼ਹੀਦੀ ਦੇਣੀ ਹੈ, ਅਨੇਕ ਤਸੀਹੇ ਤਨ ਤੇ ਚੱਲਣੇ ਹਨ। ਸ਼੍ਰੀ ਗੁਰੂ ਗ੍ਰੰਥ ਥਿਰੇ ਜੈ ਰੈਨ। ਰਾਤ ਦੇ ਸਮੇਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਹੁੰਦਾ, ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਕੋਠਾ ਸਾਹਿਬ ਹੈ, ਇੱਥੇ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਕਰਦੇ ਸੀ ਪੰਜਵੇਂ ਪਾਤਸ਼ਾਹ। ਉੱਥੇ ਹੀ ਰਾਤ ਨੂੰ ਮਹਾਰਾਜ ਜੀ ਦਾ ਆਸਣ ਹੁੰਦਾ ਸੀ ਪੰਜਵੇਂ ਪਾਤਸ਼ਾਹ ਦਾ, ਜਦੋਂ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ। ਤੋ ਰਾਤ ਨੂੰ ਸੁਖਾਸਣ ਵਾਲੇ ਅਸਥਾਨ ਦੇ ਉੱਤੇ ਤਿਸ ਥਲ ਬੈਠੇ ਜਿਨ ਕੈ ਭੈ ਨਾ। ਰਾਤ ਦਾ ਸਮਾਂ ਮਹਾਰਾਜ ਜੀ ਕੋਠਾ ਸਾਹਿਬ ਬੈਠੇ ਨੇ ਪੰਜਵੇਂ ਪਾਤਸ਼ਾਹ। ਐਸੇ ਸਤਿਗੁਰੂ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਹੈ, ਕਿਸੇ ਦਾ ਡਰ ਨਹੀਂ ਹੈ, ਸਦਾ ਬੇਪਰਵਾਹੀ ਦੇ ਰੰਗ ਵਿੱਚ ਰਹਿਣ ਵਾਲੇ ਨਿਰਭਉ ਤੇ ਨਿਰਵੈਰ ਸਤਿਗੁਰੂ। ਜਿਹੜਾ ਨਿਰਵੈਰ ਆ ਉਹੀ ਨਿਰਭਉ ਹੁੰਦਾ। ਜਿਹਦੇ ਅੰਦਰ ਵੈਰ ਹੋਵੇ ਉਹ ਨਿਰਭਉ ਨਹੀਂ ਹੋ ਸਕਦਾ। ਜਿਹਦੇ ਅੰਦਰ ਵੈਰ ਹੋਵੇ ਉਹਨੂੰ ਤਾਂ ਜਣੇ ਖਣੇ ਦਾ ਡਰ ਵਿਆਪਿਆ ਰਹੇਗਾ। ਨਿਰਵੈਰ ਹੀ ਨਿਰਭਉ ਹੁੰਦਾ। ਸਤਿਗੁਰੂ ਜੀ ਨਿਰਵੈਰ ਵੀ ਨੇ ਤੇ ਨਿਰਭਉ ਵੀ ਨੇ, ਜਿਨ੍ਹਾਂ ਨੂੰ ਕਿਸੇ ਦਾ ਭਉ ਨਹੀਂ। ਬ੍ਰਿਧਿ ਆਪਨੇ ਨਿਕਟ ਹਕਾਰਾ। ਰਾਤ ਦਾ ਸਮਾਂ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਾਸਣ ਸਨ ਕੋਠਾ ਸਾਹਿਬ, ਤੇ ਗੁਰੂ ਘਰ ਦੇ ਮਹਾਨ ਵਜ਼ੀਰ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਕੋਲ ਬੁਲਾਇਆ। ਸਾਦਰ ਭਾਖਤ ਤੈਂ ਬੈਠਾਰਾ। ਬੜਾ ਸਤਿਕਾਰ ਦੇ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ। ਪੁਨ ਸ਼੍ਰੀ ਹਰਗੋਬਿੰਦ ਬੁਲਾਏ। ਫਿਰ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਬੁਲਾਇਆ। ਯੁਤ ਗੁਰਦਾਸ ਤਹਾਂ ਚਲ ਆਏ। ਭਾਈ ਸਾਹਿਬ ਭਾਈ ਗੁਰਦਾਸ ਜੀ 6ਵੇਂ ਪਾਤਸ਼ਾਹ ਦੇ ਨਾਲ ਆਏ ਚੱਲ ਕੇ ਮਹਿਲਾਂ ਚੋਂ। ਰਾਤ ਦਾ ਸਮਾਂ ਸੀ, ਹੈਰਾਨ ਵੀ ਸਨ ਵੀ ਰਾਤ ਨੂੰ ਅੱਜ ਮਹਾਰਾਜ ਜੀ ਨੇ ਕੋਠਾ ਸਾਹਿਬ ਸੁਖਾਸਣ ਸਥਾਨ ਤੇ ਸੱਦਿਆ, ਕੋਈ ਜ਼ਰੂਰੀ ਗੁਰਮਤਾ ਹੋਵੇਗਾ। ਤੋ 6ਵੇਂ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਉਹ ਆਪਣੇ ਨਾਲ ਲੈ ਕੇ ਕੋਠਾ ਸਾਹਿਬ ਆਏ ਨੇ। 6ਵੇਂ ਪਾਤਸ਼ਾਹ ਦੇ ਤਨ ਦੀ ਆਯੂ ਉਸ ਵੇਲੇ 11 ਸਾਲ ਦੀ ਸੀ। ਕਰੇ ਪ੍ਰੇਮ ਕੋ ਨਿਕਟ ਬਿਠਾਏ। ਬੜਾ ਪ੍ਰੇਮ ਕਰਕੇ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਠਾ ਸਾਹਿਬ ਵਾਲੇ ਸਥਾਨ ਤੇ ਆਪਣੇ ਕੋਲ ਨੇੜੇ ਬਿਠਾਇਆ। ਅਬ ਸਮਰੱਥ ਹੋਏ ਬਲ ਪਾਏ। ਮਹਾਰਾਜ ਜੀ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਹੁਣ ਸਮਰੱਥ ਹੋ ਗਏ ਹੋ, ਬਲ ਪ੍ਰਾਪਤ ਕਰਕੇ ਬਲਵਾਨ ਹੋ ਗਏ ਹੋ। ਕੋ ਬੁੱਢਾ ਸ਼੍ਰੀ ਹਰਗੋਬਿੰਦ। ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ, ਬਾਬਾ ਬੁੱਢਾ ਜੀ ਕਿ ਗੁਰੂ ਹਰਗੋਬਿੰਦ ਸਾਹਿਬ ਹੁਣ ਪੂਰੇ ਸક્ષਮ ਹੋ ਗਏ ਨੇ, ਸਮਰੱਥ ਹੋ ਗਏ ਨੇ, ਹਰ ਪ੍ਰਕਾਰ ਦੀ ਵਿਦਿਆ ਚ ਨਿਪੁੰਨ ਹੋ ਗਏ ਨੇ, ਏਦਾਂ ਪੁੱਛਿਆ। ਅਬ ਸੁਚੇਤ ਪੇ ਬਲੀ ਬਿਲੰਦ। ਹੁਣ ਤਾਂ ਗੁਰੂ ਹਰਗੋਬਿੰਦ ਸਾਹਿਬ ਸੁਚੇਤ ਹੋ ਗਏ ਨੇ,
ਪੂਰਨ ਤੌਰ ਤੇ ਸਾਵਧਾਨ ਹੋ ਗਏ ਨੇ, ਬਲਵਾਨ ਤੇ ਬਲੀ ਹੋ ਗਏ ਨੇ। ਗੁਰਤਾ ਗਾਦੀ ਬੈਠਨ ਜੋਗ, ਹੁਣ ਤਾਂ ਇਹ ਗੁਰਤਾ ਗੱਦੀ ਦੇ ਤਖਤ ਤੇ ਬੈਠਣ ਦੇ ਯੋਗ ਹੋ ਗਏ ਨੇ। ਮਹਾਰਾਜ ਪੰਜਵੇਂ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨਾਲ ਬਚਨ ਕਰ ਰਹੇ, ਕਹਿੰਦੇ ਹੁਣ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਹੋ ਗਏ ਨੇ। ਦਹਿ ਦੁਸ਼ਟਨ ਕੇ ਘਰ ਸੋਗ, ਇਹ ਗੁਰਤਾ ਗੱਦੀ ਦੇ ਤਖਤ ਤੇ ਬੈਠ ਕੇ ਦੁਸ਼ਟਾਂ ਤੇ ਮਲੇਛਾਂ ਦੇ ਘਰ ਸੋਗ ਦੇਣਗੇ। ਸਿੱਖਾਂ ਦੇ ਘਰਾਂ 'ਚ ਖੇੜਾ ਹੋਵੇਗਾ, ਖੁਸ਼ੀ ਹੋਵੇਗੀ, ਤੇ ਜਿਹੜੇ ਦੁਸ਼ਟ ਨੇ ਗੁਰੂ ਘਰ ਨਾਲ ਵੈਰ ਵਿਰੋਧ ਚਿਤਵਣ ਵਾਲੇ, ਉਹਨਾਂ ਦੇ ਘਰੇ ਸੋਗ ਦੇਣਗੇ। ਬ੍ਰਿਧ ਨੇ ਪਾਖਿਓ ਜੋਤ ਤੁਮਾਰੀ, ਹੋਏ ਵੀਰ ਬਾਡੇ ਆਯੁਧ ਧਾਰੀ। ਬਾਬਾ ਬੁੱਢਾ ਸਾਹਿਬ ਜੀ ਬੋਲੇ, ਕਹਿਣ ਲੱਗੇ ਮਹਾਰਾਜ ਤੁਹਾਡੀ ਹੀ ਜੋਤ ਨੇ ਗੁਰੂ ਹਰਗੋਬਿੰਦ ਸਾਹਿਬ, ਤੁਹਾਡੇ ਤੋਂ ਵੱਖਰੇ ਨਹੀਂ, ਤੁਹਾਡੇ ਤਨ ਤੋਂ ਉਪਜੇ ਨੇ, ਤੁਹਾਡੀ ਹੀ ਜੋਤ ਨੇ। ਇਹ ਮਹਾਨ ਧਨਰ ਧਾਰੀ, ਮਹਾਨ ਵੀਰ, ਮਹਾਨ ਯੋਧੇ। ਭਾਈ ਗੁਰਦਾਸ ਜੀ ਕਹਿੰਦੇ ਦਲ ਭੰਜਨ ਗੁਰ ਸੂਰਮਾ ਹੋਣਗੇ। ਛਤਰੀਆਂ ਕੁਲ ਤੇ ਯੁੱਧ ਹਟਿਓ ਹੈ, ਛਤਰੀਆਂ ਦੇ ਕੁਲ ਦੇ ਵਿੱਚੋਂ ਯੁੱਧ ਚਲਾ ਗਿਆ, ਕਿਉਂਕਿ ਛਤਰੀ ਦਾ ਧਰਮ ਸੀ ਯੁੱਧ ਕਰਨਾ, ਤੇ ਛਤਰੀਆਂ ਨੇ ਹਲ ਫੜ ਲਏ, ਛਤਰੀਆਂ ਨੇ ਤਕੜੀਆਂ ਫੜ ਲਈਆਂ, ਉਹਨਾਂ ਨੇ ਸ਼ਸਤਰ ਛੱਡ ਦਿੱਤੇ ਸੀ। ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਨੇ, ਮਹਾਰਾਜ ਜਿਹੜੇ ਛਤਰੀ ਨੇ, ਛਤਰੀਆਂ ਨੇ ਆਪਣਾ ਯੁੱਧ ਕਰਨ ਦਾ ਜਿਹੜਾ ਧਰਮ ਸੀ ਉਹ ਛੱਡ ਦਿੱਤਾ ਸੀ, ਤਿਆਗ ਦਿੱਤਾ ਸੀ। ਰਾਜ ਤੇਜ ਕੋ ਸਕਲ ਕਟਿਓ ਹੈ, ਕਦੇ ਉਹਨਾਂ ਦਾ ਰਾਜ ਤੇਜ ਘਟ ਗਿਆ, ਰਾਜ ਤੇਜ ਸਮਾਪਤ ਹੋ ਗਿਆ, ਛਤਰੀਆਂ ਵਿੱਚ ਰਾਜ ਕਰਨ ਦੀ ਬਿਰਤੀ ਨਹੀਂ ਰਹੀ। ਭਏ ਮਲੇਛ ਸ਼ਸਤਰ ਵੱਡ ਧਾਰੀ, ਔਰ ਜਿਹੜੇ ਮਲੇਛ ਨੇ ਜਰਵਾਣੇ, ਉਹ ਸ਼ਸਤਰ ਧਾਰੀ ਹੋ ਕੇ ਮਲੇਛਤਾਈ ਕਰ ਰਹੇ ਨੇ, ਵਧੀਕੀਆਂ ਕਰ ਰਹੇ ਨੇ। ਕਰੇ ਰਾਜ ਵੱਡ ਅਵਨੀ ਸਾਰੀ, ਔਰ ਸਾਰੀ ਧਰਤੀ ਤੇ ਰਾਜ ਪਏ ਕਰਦੇ ਨੇ, ਆਪਣਾ ਹੁਕਮ ਚਲਾ ਰਹੇ ਨੇ। ਛਤਰੀ ਧਰਮ ਦੁਰਿਓ ਨੈ ਪਾਸੇ, ਮਹਾਰਾਜ ਛਤਰੀ ਧਰਮ ਤਾਂ ਲੋਕੀ ਗਿਆ, ਕਿਤੇ ਸ਼ਸਤਰ ਧਾਰੀ ਹੋ ਕੇ ਕੋਈ ਸਾਹਮਣੇ ਖਲੋਂਦਾ ਹੀ ਨਹੀਂ, ਉਹਨਾਂ ਨੂੰ ਕੋਈ ਟੱਕਰਦਾ ਹੀ ਨਹੀਂ ਅੱਗੋਂ। ਮਾਨੋ ਜਿਵੇਂ ਛਤਰੀ ਧਰਮ ਲੋਕੀ ਗਿਆ ਹੋਵੇ ਸਾਰੀ ਧਰਤੀ ਤੇ। ਤਖਤ ਬੈਠ ਅਬ ਐਈ ਪ੍ਰਕਾਸ਼ੇ, ਉਹ ਜਿਹੜਾ ਛਤਰੀ ਧਰਮ ਲੁਕ ਗਿਆ ਹੈ, ਮਹਾਰਾਜ ਆਪ ਜੀ ਦੇ ਤਖਤ ਤੇ ਬੈਠ ਕੇ ਉਸ ਛਤਰੀ ਧਰਮ ਦਾ ਪ੍ਰਕਾਸ਼ ਹੁਣ ਇਹ ਗੁਰੂ ਹਰਗੋਬਿੰਦ ਸਾਹਿਬ ਕਰਨਗੇ। ਸਤਿ ਸ੍ਰੀ ਅਕਾਲ। ਛਤਰੀ ਕਿਸ ਨੂੰ ਕਹਿੰਦੇ ਆ? ਛਤਰੀ ਕਹਿੰਦੇ ਆਪਣੇ ਖੇਤਰ ਦੀ ਰੱਖਿਆ ਕਰਨ ਵਾਲਾ, ਆਪਣੇ ਖੇਤਰ ਦੀ ਰੱਖਿਆ ਕਰਨ ਵਾਲਾ ਨੂੰ ਛਤਰੀ ਕਹਿੰਦੇ ਆ। ਜਿਹੜਾ ਆਪਣੀ ਭੂਮੀ, ਆਪਣੇ ਧਰਮ, ਆਪਣੇ ਮਜ਼ਹਬ ਦੀ ਰੱਖਿਆ ਕਰੇ ਉਹ ਛਤਰੀ ਹੈ। ਤਦੇ ਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹੇ ਨੇ, ਛਤਰੀ ਕੋ ਪੂਤ ਹੋ, ਛਤਰੀ ਕੋ पूत हो ब्राह्मण को न कह तप आवत है जो करो और जजार जितो ग्रह को तोहे त्याग कहाँ चित तामै धरो अब रीझ कहते हो वह हमको जो हो बिनती कर जोर करो जब आव की औध निदान बने अत ही रण में तब जूझ मरोए छतरी दा धर्म है। बाबा बुढ़ा साहब जी कह रहे जरा छतरी धर्म अलोप हो गया 700 साल तो इन्होंने मुड़ के तेग ही नहीं चुकी तलवार ही नहीं चुकी जो मुहम्मद गोरी दे सामने पृथ्वी राज दी छतरी दी तलवार डिगी मुड़ के किसी ने नहीं चुकी। वो छतरी धर्म जड़ा हिंदुस्तान च लुक गया है ओदा प्रकाश हुणे ही गुरु गुरु हरगोबिंद साहब करनगे। हाँ जी जब कब जगत विपर्जय होत यही संसार दा नियम है। भगवान कृष्ण जी ने भी ये गल कही है गीता विच कि जदों जदों भी ये संसार दे विच उल्ट कर्म हुंदा है धर्म दी गिलानी हुंदी है लोग कुराए पैण लगदे हन तुम तन तार मिर्जाद उदोत उदो उदो महाराज अकाल पुरख जी इस संसार दे विच शरीर धारण करके आउंदे महाराज ओ तुसी ही हो उदो उदो तुसी ही शरीर धारण करके संसार विच आउंदे हो तां जो जगत दी विगड़ चुकी मर्यादा नूं मुड़ के बहाल कीता जावे। हाथ जोर गुरदास उचारी लागे भाई गुरदास साहब जी बैठे सन हथ जोड़ के महाराज छेवें पातशाह नूं कहण लगे अर्ज गुजार दियां वृद्ध साहिब की उपमा पारी। महाराज बाबा बुढ़ा साहब जी दा एक एक बचन सत है। बाबा बुढ़ा साहब जी दी महिमा
ਬੜੀ ਭਾਰੀ ਹੈ, ਬੜੀ ਵੱਡੀ ਹੈ। ਸ਼੍ਰੀ ਨਾਨਕ ਆਦਿਕ ਗੁਰ ਸਾਰੇ, ਕਿਉਂ ਨਾ ਵੱਡੀ ਹੋਵੇ ਬਾਬੇ ਬੁੱਢੇ ਦੀ ਵਡਿਆਈ। ਇਹਨਾਂ ਗੁਰੂ ਨਾਨਕ ਸਾਹਿਬ ਕੋਲੋਂ ਸਿੱਖੀ ਧਾਰੀ ਹੈ, ਇਹਨਾਂ ਗੁਰੂ ਅੰਗਦ ਸਾਹਿਬ ਦੇ ਦਿਦਾਰੇ ਕੀਤੇ ਹੈ, ਇਹਨਾਂ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਮਾਈ ਹੈ, ਇਹਨਾਂ ਗੁਰੂ ਰਾਮਦਾਸ ਸਾਹਿਬ ਦੇ ਦਰਾਂ ਤੇ ਝਾੜੂ ਫੇਰਿਆ, ਇਹਨਾਂ ਮਹਾਰਾਜ ਪੰਜਵੇਂ ਪਾਤਸ਼ਾਹ ਆਪ ਜੀ ਦੇ ਚਰਨਾਂ 'ਚ ਰਹਿ ਕੇ ਸੇਵਾ ਸੰਭਾਲੀ ਹੈ। ਇਹ ਕਿਉਂ ਨਾ ਵੱਡੇ ਹੋਵਣ। ਬਹੁ ਸੇਵਾ ਕਰ ਸਦਾ ਨਿਹਾਰੇ, ਇਹਨਾਂ ਨੇ ਵੱਡਿਆਂ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਵੱਡਿਆਂ ਸਤਿਗੁਰਾਂ ਦੇ ਖੁੱਲੇ ਦਰਸ਼ਨ ਦਿਦਾਰੇ ਕੀਤੇ ਨੇ। ਸਫਲੇ ਬਾ ਸਰਾਪ ਅਰ ਭਰ ਕੋ, ਬਾਬਾ ਜੀ ਦੇ ਬਚਨ ਸੱਚ ਨੇ। ਜਿਹੜਾ ਵਰ ਦੇ ਦੇਣ ਉਹ ਵੀ ਸੱਚ, ਜਿਹੜਾ ਕੋਈ ਸ਼ਰਾਪ ਦੇ ਦੇਣ ਕਿਸੇ ਦੀ ਕਰਤੂਤ ਮਾੜੀ ਵੇਖ ਕੇ ਉਹ ਵੀ ਸੱਚ ਹੈ। ਬ੍ਰਹਮ ਅਸਤਰ ਜਿਮ ਰਗਵਰ ਕਰ ਕੋ, ਕਹਿੰਦੇ ਜਿਵੇਂ ਬ੍ਰਹਮ ਅਸਤਰ ਨਹੀਂ ਨਾ ਇੱਕ ਵਾਰੀ ਛੱਡਿਆ ਹੋਵੇ ਤੇ ਵਿਅਰਥ ਨਹੀਂ ਜਾਂਦਾ। ਜਿਵੇਂ ਭਗਵਾਨ ਰਾਮਚੰਦਰ ਜੀ ਦਾ ਬਾਣ ਅਮੋਘ ਬਾਣ ਕਿਹਾ ਜਾਂਦਾ, ਉਹ ਨਿਸ਼ਾਨੇ ਤੋਂ ਖਾਲੀ ਨਹੀਂ ਜਾਂਦਾ। ਏਦਾਂ ਬਾਬਾ ਬੁੱਢਾ ਸਾਹਿਬ ਦਾ ਕੀਤਾ ਹੋਇਆ ਵਾਕ ਨਿਸ਼ਫਲ ਨਹੀਂ ਜਾਂਦਾ। ਜਿਹੜਾ ਬਚਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿ ਦਿੰਦੇ ਨੇ ਉਹ ਅਵਸ਼ ਸਤ ਹੋ ਕੇ ਰਹਿੰਦਾ ਹੈ। ਭਈ ਪੰਜ ਗੁਰ ਸ਼ਾਂਤ ਸਰੂਪ, ਪਹਿਲੇ ਪੰਜ ਗੁਰੂ ਸਾਹਿਬਾਨ ਆਪ ਜੀ ਤਾਈ ਸ਼ਾਂਤ ਸਵਰੂਪ ਹੋਏ ਨੇ। ਕਰ ਗੁਰ ਸਿੱਖੀ ਰੀਤ ਅਨੂਪ, ਆਪ ਜੀ ਤਾਈ ਪੰਜ ਗੁਰੂ ਸਾਹਿਬਾਨਾਂ ਨੇ ਗੁਰਸਿੱਖੀ ਦੀ ਮਰਿਆਦਾ ਨੂੰ ਅਨੂਪਮ ਬਣਾ ਕੇ ਸੰਸਾਰ ਵਿੱਚ ਸਿੱਖੀ ਪ੍ਰਗਟ ਕੀਤੀ ਹੈ। ਦੇਤ ਰਹੇ ਸ਼ਾਂਤੀ ਉਪਦੇਸ਼, ਆਪ ਜੀ ਨੇ ਸ਼ਾਂਤੀ ਤੇ ਭਗਤੀ ਦਾ ਹੀ ਉਪਦੇਸ਼ ਹੁਣ ਤਾਈਂ ਆਪਣੇ ਸਿੱਖਾਂ ਨੂੰ ਆਪਣੀ ਸੰਗਤ ਨੂੰ ਬਖਸ਼ਿਸ਼ ਕੀਤਾ ਹੈ। ਜੈ ਸੁਨ ਕਾਟੇ ਸਕਲ ਕਲੇਸ਼, ਐਸਾ ਸ਼ਾਂਤੀ ਭਗਤੀ ਦਾ ਉਪਦੇਸ਼ ਆਪ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ਿਆ ਹੈ, ਜਿਸ ਨੂੰ ਸੁਣ ਕੇ ਸਿੱਖਾਂ ਦੇ ਕਲੇਸ਼ ਕੱਟੇ ਜਾਂਦੇ ਹਨ। ਅਬ ਸਾਯੁਧ ਗੁਰ ਹੋਵੇ ਆਪ, ਹੁਣ ਮਹਾਰਾਜ ਤੁਸੀਂ ਹੀ ਛੇਵਾਂ ਜਾਮਾ ਧਾਰਨਾ ਤੇ ਤੁਸੀਂ ਆਪ ਹੀ ਸਾਯੁਧ ਸ਼ਸਤਰਾਂ ਦੇ ਸਹਿਤ ਮਹਾਨ ਤਪਸਵੀ, ਮਹਾਨ ਯੋਧੇ, ਮਹਾਨ ਸੂਰਬੀਰ ਬਲੀ ਹੋ ਕੇ ਪ੍ਰਗਟ ਹੋਣਾ। ਸਿੱਖ ਸਾਯੁਧ ਕਰ ਬਦੇ ਪ੍ਰਤਾਪ, ਆਪ ਜੀ ਨੇ ਆਪਣੇ ਸਿੱਖਾਂ ਨੂੰ ਵੀ ਸਾਯੁਧ ਸ਼ਸਤਰ ਧਾਰੀ ਕਰਨਾ ਹੈ ਔਰ ਸ਼ਸਤਰਧਾਰੀ ਸਿੱਖਾਂ ਦਾ ਹੀ ਪ੍ਰਤਾਪ ਹੁਣ ਜਗਤ ਵਿੱਚ ਵਧਣਾ ਹੈ। ਅਪਰ ਕੌਣ ਸਮਰੱਥ ਇਸ ਕਾਲ, ਹੁਣ ਹੋਰ ਕਿਹੜਾ ਸਮਰੱਥ ਹੈ ਇਸ ਜਗਤ ਵਿੱਚ ਸੰਸਾਰ ਵਿੱਚ। ਸਭ ਚਿਤ ਤੁਰਕਨ ਰਾਜ ਵਿਸਾਲ, ਸਾਰੀ ਧਰਤੀ ਤੇ ਤੁਰਕਾਂ ਦਾ ਮਲੇਛਾਂ ਦਾ ਰਾਜ ਹੈ। ਉਹਨਾਂ ਦੇ ਨਿਸ਼ਾਨ ਝੂਲਦੇ ਹਨ, ਉਹਨਾਂ ਦੇ ਨਗਾਰੇ ਵੱਜਦੇ ਹਨ। ਰਾਵਰ ਤੇ ਹੋਵੇਂ ਬਿਦਸਾਰੀ, ਮਹਾਰਾਜ ਉਹਨਾਂ ਮਲੇਛਾਂ ਦੇ ਖਿਲਾਫ ਅਗਰ ਕੋਈ ਉਹਨਾਂ ਦੇ ਸਾਨਮੁਖ ਖਲੋ ਸਕਦਾ ਤਾਂ ਮਹਾਰਾਜ ਉਹ ਕੇਵਲ ਤੁਸੀਂ ਹੋ। ਤੁਹਾਡੇ ਬਿਨਾਂ ਕਿਹਦੇ 'ਚ ਇੰਨਾ ਤਾਣ ਹੈ, ਕਿਹਦੇ 'ਚ ਇੰਨੀ ਤਾਕਤ ਹੈ ਜਿਹੜਾ ਸਮੇਂ ਦੇ ਹਾਕਮ ਨੂੰ ਸੰਬੋਧਨ ਕਰਕੇ ਕਹੇ ਰਾਜੇ ਸ਼ੀ ਮੁਕੱਦਮ ਕੁੱਤੇ। ਹਾਂਜੀ, ਹਿੰਦੂ ਧਰਮ ਕੋ ਲਿਓ ਉਭਾਰੀ, ਜਿਹੜਾ ਹਿੰਦੂ ਧਰਮ ਨਿਗਰਦਾ ਜਾ ਰਿਹਾ, ਇਸ ਵੇਲੇ ਖਤਮ ਹੁੰਦਾ ਜਾ ਰਿਹਾ, ਮਹਾਰਾਜ ਉਹ ਵੀ ਤੁਹਾਡੇ ਕਰਕੇ ਹੀ ਉਭਰਨਾ ਬਚਣਾ ਹੈ। ਇਮ ਸੁਨ ਕਰ ਸ਼੍ਰੀ ਅਰਜਨ ਨਾਥ, ਧੰਨ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰਾਂ ਨੇ ਇਹ ਬਚਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਦੇ ਸੁਣੇ। ਉੱਠੇ ਹਰ ਕਲੇ ਸ਼੍ਰੀ ਫਲ ਹਾਥ, ਖੁਸ਼ੀ ਨਾਲ ਉੱਠੇ। ਸ਼੍ਰੀ ਫਲ ਕਹਿੰਦੇ ਨਾਰੀਅਲ ਨੂੰ, ਸ਼੍ਰੀ ਫਲ ਨਾਰੀਅਲ ਮਹਾਰਾਜ ਜੀ ਨੇ ਲਿਆ। ਕਰੀ ਪ੍ਰਦਰਸ਼ਨ ਫਿਰ ਕਰ ਤੀਨ, ਗੁਰੂ ਹਰਗੋਬਿੰਦ ਸਾਹਿਬ ਦੇ ਚਾਰੇ ਪਾਸੇ ਫਿਰ ਕੇ ਮਹਾਰਾਜ ਜੀ ਨੇ 3 ਪ੍ਰਕਰਮਾਂ ਕੀਤੀਆਂ। ਜਗਤ ਰੀਤ ਸੁਤ ਲਖਿਓ ਪ੍ਰਬੀਨ, ਜਗਤ ਦੀ ਰੀਤ ਨਾਲ ਜਾਣ ਲਿਆ ਕਿ ਮੇਰਾ ਪੁੱਤ ਪ੍ਰਬੀਨ ਹੈ, ਲਾਇਕ ਹੈ ਹਰ ਪੱਖ ਨਾਲ। ਪੈਸੇ ਪੰਜ ਸੈਤ ਨਲੀਏਰ, ਨਾਲ 5 ਪੈਸੇ ਨੇ ਹੱਥਾਂ ਵਿੱਚ ਤੇ ਸ਼੍ਰੀ ਫਲ ਹੈ ਪੰਜਵੇਂ ਪਾਤਸ਼ਾਹ ਦੇ ਪਾਵਨ ਹੱਥਾਂ ਵਿੱਚ। ਧਰ ਆਗੇ ਨਮਰੇ ਤਿਸ ਬੇਰ, 3 ਪ੍ਰਕਰਮਾਂ ਕਰਕੇ ਫਿਰੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ 5 ਪੈਸੇ ਤੇ ਸ਼੍ਰੀ ਫਲ ਰੱਖ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਪਣਾ ਮੱਥਾ ਟੇਕਿਆ ਔਰ ਆਪਣੀ ਜੋਤ ਗੁਰੂ ਹਰਗੋਬਿੰਦ ਸਾਹਿਬ ਵਿੱਚ ਵਿਦਮਾਨ ਕਰ ਦਿੱਤੀ। ਸਤਿ ਸ੍ਰੀ ਅਕਾਲ। ਜਿਉਂ ਜੋਤੀ ਤੇ ਜੋਤ ਜਗਾਇਓ, ਜਿਵੇਂ ਦੀਵੇ ਤੋਂ ਕੋਈ ਦੂਜਾ ਦੀਵਾ ਜਗ ਜਾਂਦਾ ਹੈ, ਇਉਂ ਮੇਰੇ ਪਾਤਸ਼ਾਹ ਨੇ ਕੇਵਲ ਮੱਥਾ ਹੀ ਟੇਕਿਆ। ਨਮਸਕਾਰ ਕਰਦਿਆਂ ਜੋ ਗੁਰੂ ਅਰਜਨ ਦੇਵ ਸਾਹਿਬ ਦੇ ਅੰਦਰ ਸੀ ਉਹ ਹੁਣ ਗੁਰੂ ਹਰਗੋਬਿੰਦ ਸਾਹਿਬ ਅੰਦਰ ਉਜਾਗਰ ਹੋ ਗਿਆ। ਕੇਵਲ ਤਨ ਹੀ 2 ਹਨ,
ਅੰਦਰੋਂ ਇੱਕ ਹੋ ਗਏ ਹਨ। ਕਰੀ ਸਥਾਪਨ ਆਪਣੀ ਜੋਤ, ਆਪਣੀ ਜੋਤ ਗੁਰੂ ਹਰਗੋਬਿੰਦ ਸਾਹਿਬ ਵਿੱਚ ਸਥਾਪਿਤ ਕਰ ਦਿੱਤੀ ਹੈ। ਭੱਟ ਸਾਹਿਬਾਨ ਕਹਿੰਦੇ ਆ ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਜੋਤੀ ਰੂਪ ਹਰੀ ਨੇ ਪਹਿਲਾਂ ਆਪਣਾ ਆਪ ਗੁਰੂ ਨਾਨਕ ਨਾਮ ਹੋ ਕੇ ਸੰਸਾਰ ਚ ਕਾਇਆ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨਾਇਣ। ਪੰਜਵੇਂ ਜਾਮੇ ਤੱਕ ਜਿਹੜੀ ਜੋਤ ਵਰਤ ਰਹੀ ਸੀ ਉਹੀ ਜੋਤ ਅੱਜ ਗੁਰੂ ਹਰਗੋਬਿੰਦ ਸਾਹਿਬ ਵਿੱਚ ਬਿਰਾਜਮਾਨ ਹੋ ਗਈ ਹੈ। ਸਭ ਗੁਰ ਕੇ ਆਈ ਜਿਮ ਹੋਤ, ਜਿਵੇਂ ਪਹਿਲੇ ਗੁਰੂ ਸਹਿਬਾਨਾਂ ਦੇ ਸਮੇਂ ਹੁੰਦੀ ਆਈ ਹੈ। ਬੁੱਢੇ ਸਾਹਿਬ ਸੋ ਫੁਰਮਾਇਓ, ਉਹੀ ਹੁਣ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪੰਜਵੇਂ ਪਾਤਸ਼ਾਹ ਨੇ ਫਰਮਾਇਆ, ਹੁਕਮ ਕੀਤਾ, ਕਰੋ ਸੋ ਆਪ ਕਰਤ ਜਿਵੇਂ ਆਈ। ਕਰਦੇ ਆਏ ਹੋ ਹੁਣ ਤਾਈਂ, ਜਿਵੇਂ ਪਹਿਲਾਂ ਹੁਣ ਤਾਈਂ ਕਰਦੇ ਆਏ ਹੋ ਉਹਾ ਕੁਝ ਹੀ ਹੁਣ ਕਰੋ। ਸ਼ੁਭ ਅਧਿਕਾਰ ਕਰਨ ਕੋ ਨੀਕਾ, ਹੁਣ ਸ਼ੁਭ ਅਧਿਕਾਰ ਕਰਨ ਦਾ ਟੀਕਾ ਲਾਉਣ ਦਾ ਸਮਾਂ ਹੈ। ਉਠੋ ਮੁਦਤ ਦਿਓ ਅਬ ਸੁਠ ਟੀਕਾ। ਉਠੋ ਜੀ ਹੁਣ ਆ ਕੇ ਤਿਲਕ ਦਿਓ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦਾ। ਹਾਥ ਜੋੜ ਤਬ ਬ੍ਰਿਧ ਬਖਾਨਿਓ, ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਬੋਲੇ, ਇਹ ਕਿਆ ਕੋਤਕ ਰਾਵਰ ਠਾਨਿਓ। ਮਹਾਰਾਜ ਇਹ ਕੀ ਕੌਤਕ ਆਪ ਜੀ ਕਰਨ ਲੱਗੇ ਹੋ? ਬਾਬਾ ਬੁੱਢਾ ਸਾਹਿਬ ਹੈਰਾਨੀ ਨਾਲ ਪੁੱਛਦੇ, ਮਹਾਰਾਜ ਆਹ ਕੀ ਖੇਡ ਵਰਤਾਨ ਲੱਗੇ ਜੇ ਆਪ? ਇਹ ਤਾਂ ਉਦੋਂ ਹੁੰਦਾ ਹੈ ਜਦੋਂ ਪਹਿਲੇ ਗੁਰੂ ਸਾਹਿਬਾਨ ਆਪਣਾ ਤਨ ਤਿਆਗਦੇ ਹਨ। ਮਹਾਰਾਜ ਇਹ ਕੀ ਖੇਡ ਕਰਨ ਲੱਗੇ ਜੇ ਆਪ? ਇਹ ਕਿਸ ਤਰ੍ਹਾਂ ਦਾ ਕੌਤਕ ਵਰਤਾਨ ਲੱਗੇ ਜੇ? ਅਬ ਜਬ ਹੂੰ ਹੋਤ ਦੇਹ ਕੋ ਅੰਤ, ਮਹਾਰਾਜ ਇਹ ਤਾਂ ਜਦੋਂ ਸਰੀਰ ਦਾ ਅੰਤ ਹੁੰਦਾ ਹੈ ਤਬ ਇਸ ਬਿਦ ਕੋ ਹੋਏ ਬਿਰਤੰਤ। ਇਸ ਤਰ੍ਹਾਂ ਦਾ ਬਿਰਤੰਤ ਵੱਡਿਆਂ ਸਤਿਗੁਰਾਂ ਨੇ ਕੀਤਾ ਹੈ। ਤਨ ਰਾਵਰ ਕੋ ਪਰ ਉਪਕਾਰੀ, ਮਹਾਰਾਜ ਸਾਹਿਬ ਆਪ ਜੀ ਦਾ ਤਨ ਤਾਂ ਚੰਗਾ ਭਲਾ, ਪਰਉਪਕਾਰੀ ਸਰੀਰ ਆਪ ਜਿਸ ਤਨ ਦੇ ਨਾਲ ਪਰਉਪਕਾਰ ਕਰ ਰਹੇ ਹੋ। ਜੰਬੂ ਦੀਪ ਦੀਪ ਅਨੁਹਾਰੀ, ਇਸ ਭਾਰਤ ਖੰਡ ਦੀ ਭੂਮੀ ਤੇ ਆਪ ਜੀ ਦਾ ਇਹ ਤਨ ਦੀਵੇ ਵਾਂਗੂ ਪ੍ਰਕਾਸ਼ ਰਿਹਾ, ਗਿਆਨ ਦੇ ਦੀਵੇ ਵਾਂਗੂ। ਜੈ ਕੈ ਕਰਿਓ ਪ੍ਰਕਾਸ਼ ਵਿਸਾਲਾ, ਉਹਦੇ ਦੀਵੇ ਨੇ ਜਿੱਥੇ ਕਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਕੀਤਾ ਗਿਆਨ ਦਾ। ਮਗ ਸ਼ੁਭ ਗਮਨਿਓ ਜਗਤ ਸੁਖਾਲਾ, ਮਹਾਰਾਜ ਸਾਰਾ ਜਗਤ ਸੁਖਾਲਾ ਹੋ ਕੇ ਚੱਲ ਪਿਆ ਤੁਹਾਡੀ ਕਿਰਪਾ ਨਾਲ। ਦਰਸ਼ਨ ਕੀ ਸੰਗਤ ਐ ਪਿਆਸੀ, ਮਹਾਰਾਜ ਤੁਹਾਡੇ ਦਰਸ਼ਨਾਂ ਦੀ ਤਾਂ ਸੰਗਤ ਪਿਆਸੀ ਹੈ। ਤੁਹਾਡੇ ਦਰਸ਼ਨ ਕਰਕੇ ਤਾਂ ਸਿੱਖ ਤ੍ਰਿਪਤ ਨਹੀਂ ਹੁੰਦੇ, ਰੱਜਦੇ ਨਹੀਂ। ਜਦੋਂ ਆਉਂਦੇ ਆ ਬਦੋ ਬਦੀ ਕਹਿੰਦੇ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ ਹਾਲੇ ਤਾਂ ਤੁਹਾਡੇ ਦਰਸ਼ਨ ਕਰਕੇ ਸੰਗਤ ਤ੍ਰਿਪਤ ਨਹੀਂ ਹੋਈ। ਦੂਰ ਦੂਰ ਤੇ ਆਏ ਹੁਲਾਸੀ, ਦੂਰੋਂ ਦੂਰੋਂ, ਕੋਈ ਉੱਤਰ ਤੋਂ, ਕੋਈ ਦੱਖਣ ਤੋਂ, ਕੋਈ ਪੂਰਬ ਤੋਂ, ਕੋਈ ਪੱਛਮ ਤੋਂ, ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਹੁਲਾਸ ਨਾਲ ਚੱਲ ਕੇ ਆਉਂਦੀਆਂ ਤੁਹਾਡੇ ਦਰਸ਼ਨਾਂ ਨੂੰ। ਭਗਤਨ ਪੂਰ ਭਾਵਨਾ ਜਾਨ, ਮਹਾਰਾਜ ਤੁਸੀਂ ਆਪਣੇ ਭਗਤਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਹੋ। ਆਪ ਸਰੀਰ ਧਰੋ ਜਗਿਆਨ, ਔਰ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਨ ਲਈ ਤੁਸੀਂ ਸਰੀਰ ਧਾਰਨ ਕਰਕੇ ਜਗਤ ਵਿੱਚ ਆਉਂਦੇ ਹੋ। ਓਚਕ ਅਚਰਜ ਕਹਾਂ ਜਨਾਵੋ, ਅਚਾਨਕ ਮਹਾਰਾਜ ਐਸਾ ਅਚਰਜ ਕਿਵੇਂ ਜਣਾ ਰਹੇ ਹੋ ਆਪ ਜੀ? ਅਚਾਨਕ ਹੀ ਇਹ ਖੇਡ ਕਿਵੇਂ ਵਰਤਾਨ ਲੱਗੇ ਹੋ? ਫਿਰੋ ਆਪ ਸ਼ੁਭ ਦਰਸ ਦਿਖਾਵੋ। ਮਹਾਰਾਜ ਐਸਾ ਨਾ ਕਰੋ, ਆਪ ਜੀ ਥਿਰੋ ਤਖਤ ਤੇ, ਸੰਗਤ ਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਸਭ ਕੇ ਆਹੋ ਆਸਰਾ ਭਾਰੇ, ਮਹਾਰਾਜ ਤੁਸੀਂ ਸਾਰਿਆਂ ਦੇ ਆਸਰੇ ਹੋ, ਸਾਰੀ ਸੰਗਤ ਦੇ ਆਸਰੇ ਹੋ। ਚੌਂ ਦਿਸ਼ ਦੁਸ਼ਟ ਦੁਸ਼ਟਤਾ ਧਾਰੇ, ਚਾਰੇ ਪਾਸਿਆਂ ਤੋਂ ਦੁਸ਼ਟ ਦੁਸ਼ਟਤਾਈ ਧਾਰਨ ਕਰੀ ਬੈਠੇ ਹਨ। ਬਨੋ ਸਹਾਇਕ ਸੰਗਤ ਕੇਰੇ, ਮਹਾਰਾਜ ਆਪਣੀ ਸੰਗਤ ਦੇ ਸਹਾਇਕ ਹੋਵੋ, ਮਦਦਗਾਰ ਹੋਵੋ ਗਰੀਬ ਨਵਾਜ ਜੀ। ਸਰਬ ਪਰਿਵਾਰ ਤੁਮੋ ਦਿਸ਼ਹੇਰੇ, ਸਾਰਾ ਪਰਿਵਾਰ ਤੁਹਾਡੇ ਵੱਲ ਤੱਕ ਰਿਹਾ, ਸਭ ਦੀ ਨਿਗਾਹ ਤੁਹਾਡੇ ਤੇ ਟਿਕੀ ਹੋਈ ਹੈ। ਬਿਗੜਿਓ ਸ਼ਾਹ ਚੰਦੂ ਕੇ ਕਹੇ, ਮਹਾਰਾਜ ਚੰਦੂ ਦੇ ਕਹਿਣੇ ਤੇ ਬਾਦਸ਼ਾਹ ਵਿਗੜਿਆ ਹੈ। ਸਭ ਬਿਦ ਕੇ ਤੁਮ ਜਾਣਤ ਆਹੇ, ਇਹ ਤਾਂ ਤੁਸੀਂ ਸਭ ਪ੍ਰਕਾਰ ਨਾਲ ਜਾਣਦੇ ਹੋ। ਸੁਨ ਕਰ ਸ਼੍ਰੀ ਅਰਜਨ ਗੁਰ ਕਹਿਓ, ਤੇ ਬਾਦਸ਼ਾਹ ਨੂੰ ਕਾਬੂ ਕਰਨਾ ਕਿਹੜੀ ਕੋਈ ਔਖੀ ਗੱਲ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣੇ, ਅੰਤ ਸਮਾ ਹਮ ਆਪਣੋ ਲਿਓ, ਗੁਰਦੇਵ ਕਹਿਣ ਲੱਗੇ ਬਾਬਾ ਜੀ
ਸਾਡੇ ਇਸ ਤਨ ਦੇ ਤਿਆਗਣ ਦਾ ਹੁਣ ਸਮਾਂ ਆ ਗਿਆ। ਤਿਆਗਨ ਮੈਂ ਕਾਰਨ ਹੈ ਘਨੇ। ਇਸ ਤਨ ਨੂੰ ਤਿਆਗਣ ਵਿੱਚ ਬਹੁਤ ਕਾਰਨ ਹਨ ਜਿਹੜੇ ਆਉਣ ਵਾਲੇ ਸਮੇਂ 'ਚ ਸਮਝ ਆਉਣਗੇ ਸਾਰਿਆਂ ਨੂੰ। ਇਸ ਤਨ ਨੂੰ ਤਿਆਗਣ 'ਚ ਕਈ ਕਾਰਨ ਹਨ। ਗਏ ਲਾਹੌਰ ਸਰਬਈ ਬਨੇ। ਉਹ ਸਾਰੇ ਕਾਰਨ ਲਾਹੌਰ ਜਾ ਕੇ ਬਣ ਜਾਣੇ। ਬਾਬਾ ਜੀ ਕਹਿੰਦੇ ਮਹਾਰਾਜ ਬਾਦਸ਼ਾਹ ਕੋਈ ਇੰਨਾ ਤੇ ਕਰੂਰ ਨਹੀਂ ਹੋਇਆ ਵੀ ਉਹ ਆਪ ਜੀ ਨੂੰ ਸ਼ਹੀਦ ਕਰੇਗਾ। ਪੈਸੇ ਹੀ ਕਹਿੰਦਾ 2 ਲੱਖ ਰੁਪਈਆ ਸੰਗਤ ਨੇ ਇਕੱਠਾ ਕਰਕੇ ਦੇ ਦੇਣਾ, ਕਿਹੜੀ ਕੋਈ ਵੱਡੀ ਗੱਲ ਹੈ। ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਲਾਹੌਰ ਜਾਂਦੇ ਆ ਉਹ ਸਾਰੇ ਕਾਰਨ ਆਪੇ ਹੀ ਪ੍ਰਗਟ ਹੋ ਜਾਣੇ ਆ ਜਦੋਂ ਅਸੀਂ ਜਾਣਾ ਹੈ। ਸ਼ਤਰਨ ਕਰਤੇ ਛੁਟਨ ਸਰੀਰ। ਦੁਸ਼ਮਣਾਂ ਦੇ ਹੱਥੀ ਇਸ ਤਨ ਨੇ ਛੁੱਟਣਾ ਹੈ। ਪਲਟੋਲੇ ਹਰ ਗੋਬਿੰਦ ਧੀਰ। ਗੁਰੂ ਹਰਗੋਬਿੰਦ ਸਾਹਿਬ ਫਿਰ ਸ਼ਸਤਰ ਧਾਰੀ ਹੋ ਕੇ ਬੈਠਣਗੇ ਤਖਤ ਤੇ। ਇਹ ਉਹਨਾਂ ਜਰਵਾਣਿਆਂ ਨੂੰ ਸੋਧਾ ਲਾਉਣਗੇ। ਸਭ ਸੰਗਤ ਕੋ ਗੁਰ ਏ ਭਾਰੀ। ਹੋਏ ਸਹਾਇਕ ਪਾਰੇ ਉਪਕਾਰੀ। ਵਚਨ ਕੀਤਾ ਗੁਰਦੇਵ ਨੇ ਸਾਰੀ ਸੰਗਤ ਦੇ ਇਹ ਭਾਰੀ ਗੁਰੂ ਹੁਣ ਗੁਰੂ ਹਰਗੋਬਿੰਦ ਸਾਹਿਬ ਹੋਣਗੇ। ਇਹੀ ਸਾਰੀ ਸੰਗਤ ਦੇ ਉੱਤੇ ਪਰਉਪਕਾਰ ਕਰਨ ਵਾਲੇ ਪਰਉਪਕਾਰੀ ਔਰ ਸਾਰੀ ਸੰਗਤ ਦੇ ਸਹਾਇਕ ਤੇ ਮਦਦਗਾਰ ਹੋਣਗੇ। ਕਾਜ ਸੁਧਾਰेंगे ਏਕਨੋ। ਇਹੀ ਸੰਗਤ ਦੇ ਸਿੱਖਾਂ ਦੇ ਕਾਰਜ ਸਵਾਰਨਗੇ, ਰਾਸ ਕਰਨਗੇ। ਧਰਿਓ ਸਰੀਰ ਵੀਰ ਰਸ ਮਨੋ। ਮਾਨੋ ਵੀਰ ਰਸ ਨਹੀਂ ਸਰੀਰ ਧਾਰਿਆ, 6ਵਾਂ ਜਾਮਾ ਧਾਰਨ ਕੀਤਾ ਵੀਰ ਰਸ ਨੇ। ਹਮ ਤਜੈ ਤੁਰਕਨ ਸਿਰ ਹੋਏ। ਅਸੀਂ ਇਹ ਤਨ ਤੁਰਕਾਂ ਦੇ ਸਿਰ ਤੇ ਭੰਨਣਾ ਹੈ ਤੇ ਤਿਆਗਣਾ ਹੈ। ਇਨਕੋ ਤੇਜ ਕਰੇ ਛੈ ਜੋਏ। ਕਿਉਂਕਿ ਜਦੋਂ ਅਸੀਂ ਆਪਣਾ ਤਨ ਤੁਰਕਾਂ ਦੇ ਸਿਰ ਤੇ ਭੰਨਾਂਗੇ ਤੁਰਕਾਂ ਦਾ ਤੇਜ ਨਸ਼ਟ ਹੋਵੇਗਾ, ਉਹਨਾਂ ਦਾ ਪ੍ਰਤਾਪ ਘਟੇਗਾ। ਤਪੋ ਰਾਜ ਮਿਲਦਾ ਨਾ, ਤੇ ਤਪ ਉਹਨਾਂ ਦਾ ਤਦੇ ਨਸ਼ਟ ਭ੍ਰਸ਼ਟ ਹੋਵੇਗਾ ਜਦੋਂ ਅਸੀਂ ਆਪਣਾ ਤਨ ਉਹਨਾਂ ਦੇ ਤਨ ਤੇ ਭੰਨਾਂਗੇ। ਸ਼੍ਰੀ ਨਾਨਕ ਕੀ ਬਖਸ਼ਿਸ਼ ਭਾਰੀ। ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਇਹਨਾਂ ਦੇ ਵਡੇਰਿਆਂ ਨੂੰ। ਸਿਰ ਦੇ ਕਰ ਛੀਨੇ ਹਮ ਸਾਰੀ। ਉਹ ਰਾਜ ਭਾਗ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਨੂੰ ਦਿੱਤਾ ਸੀ ਉਹ ਅਸੀਂ ਹੁਣ ਸਿਰ ਦੇ ਕੇ ਵਾਪਸ ਖੋਣਾ ਹੈ। ਅਪਰ ਉਪਾਉ ਲੀਨ ਕੋ ਨਾਈ। ਹੁਣ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਰ ਕੋਈ ਉਪਾਅ ਹੀ ਨਹੀਂ ਲੈਣ ਦਾ, ਇਹੀ ਇੱਕ ਉਪਾਅ ਬਾਕੀ ਰਹਿ ਜਾਂਦਾ ਹੈ। ਜਿਸ ਤੇ ਤੁਰਕ ਤੇਜ ਬਿਨ ਸਾਹੀ। ਜਿਹਦੇ ਨਾਲ ਤੁਰਕਾਂ ਦਾ ਤੇਜ ਬਿਨਸੇਗਾ, ਜਿਹਦੇ ਨਾਲ ਤੁਰਕਾਂ ਦਾ ਤੇਜ ਨਸ਼ਟ ਭ੍ਰਸ਼ਟ ਹੋਵੇਗਾ। ਅਪਰ ਸਕਲ ਕਾਰਜ ਬਨ ਰਹੇ। ਬਾਕੀ ਹੋਰ ਸਾਰੇ ਕਾਰਜ ਬਣ ਰਹੇ ਹਨ। ਕੌਣ ਬਿਗਨ ਕਰ ਸਕਹਿ ਲਏ। ਕੌਣ ਐਸਾ ਜਿਹੜਾ ਬਿਗਨ ਕਰਕੇ ਉਹਨਾਂ ਨੂੰ ਟਾਲ ਸਕੇ। ਦੀਨ ਦੁਨੀ ਕੋ ਰਾਜ ਵਿਸਾਲਾ। ਦੀਨ ਤੇ ਦੁਨੀਆ ਦਾ ਜਿਹੜਾ ਵੱਡਾ ਭਾਰੀ ਰਾਜ ਹੈ। ਸ਼੍ਰੀ ਸਤਿਗੁਰ ਕੇ ਘਰ ਸਭ ਕਾਲਾ। ਉਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਰਬ ਕਾਲ ਬਿਰਾਜਮਾਨ ਹੈ। ਦੀਨ ਦਾ ਵੀ ਤੇ ਦੁਨੀਆ ਦਾ ਰਾਜ ਵੀ ਗੁਰੂ ਘਰ ਦੇ ਵਿੱਚ ਬਿਰਾਜਮਾਨ ਹੈ। ਪਰਮੇਸ਼ਰ ਕੀ ਬਖਸ਼ਿਸ਼ ਮਹਾ। ਪਰਮੇਸ਼ਰ ਦੀ ਜੋ ਮਹਾਨ ਵੱਡੀ ਭਾਰੀ ਬਖਸ਼ਿਸ਼ ਹੈ। ਕੌਣ ਮਿਟਾਏ ਸਕੇ ਬਲ ਕਹਾਂ। ਕੌਣ ਉਹਨੂੰ ਮਿਟਾ ਸਕਦਾ, ਕਿਹਦੇ ਚ ਇੰਨਾ ਬਲ ਹੈ ਕਿ ਕੋਈ ਗੁਰੂ ਨਾਨਕ ਸਾਹਿਬ ਦੇ ਇਸ ਘਰ ਨੂੰ ਮਿਟਾ ਸਕੇ। ਇਹ ਤਾਂ ਸਾਡੀ ਲੀਲਾ ਹੈ। ਅਸੀਂ ਆਪਣਾ ਸਿਰ ਤਾਂ ਦੇਣਾ ਕਿ ਇਹਨਾਂ ਦਾ ਰਾਜ ਖੋਣਾ ਤੇ ਖੋ ਕੇ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਬਖਸ਼ਣਾ। ਹੋਏ ਪ੍ਰਸੰਨ ਸ਼੍ਰੀ ਨਾਨਕ ਦੀਨ। ਗੁਰੂ ਨਾਨਕ ਸਾਹਿਬ ਨੇ ਪ੍ਰਸੰਨ ਹੋ ਕੇ ਇਹਨਾਂ ਦੇ ਵਡੇਰਿਆਂ ਨੂੰ ਰਾਜ ਦਿੱਤਾ ਹੈ। ਤਿੰਨ ਝੂਠੇ ਕਰ ਲੈ ਆਮ ਛੀਨ। ਇਹਨਾਂ ਨੂੰ ਹੁਣ ਝੂਠੇ ਕਰਕੇ ਇਹਨਾਂ ਕੋਲੋਂ ਰਾਜ ਖੋਣਾ ਹੈ। ਇਤਿਆਦਿਕ ਸਤਿਗੁਰ ਸਮਝਾਏ। ਇਹ ਸਾਰੇ ਬਚਨ ਕਹਿ ਕੇ ਮਹਾਰਾਜ ਜੀ ਨੇ ਸਮਝਾਇਆ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ। ਨਿਜ ਗਾਦੀ ਪਰ ਪੁੱਤਰ ਬਿਠਾਏ। ਔਰ ਆਪਣੀ ਗੱਦੀ ਤੇ ਆਪਣੇ ਸਾਹਿਬਜ਼ਾਦੇ ਮੀਰੀਆਂ ਪੀਰੀਆਂ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬਿਠਾਇਆ। 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਵੇਖਦਿਆਂ ਭਾਈ ਗੁਰਦਾਸ ਜੀ ਨੇ ਬਚਨ ਕਹੇ ਜਦੋਂ ਬੈਠੇ ਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਆਖਿਆ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ। ਬਹੁ ਪਰਉਪਕਾਰੀ ਸਤਿਗੁਰੂ ਜੀ ਤਖਤ ਤੇ ਗੱਦੀ ਤੇ ਬੈਠੇ ਹਨ। ਸਤਿ ਸ੍ਰੀ ਅਕਾਲ। ਦੋਹਰਾ ਸਾਹਿਬ ਬੁੱਢੇ ਨਿਕਟ ਤੇ
ਕੁੰਕਮ ਮਲਿਆ ਕਸਾਏ। ਬਾਬਾ ਬੁੱਢਾ ਸਾਹਿਬ ਜੀ ਨੇ ਉਸੇ ਵਕਤ ਤਿਲਕ ਲਾਣਾ ਸੀ, ਪ੍ਰਬੰਧ ਕੀਤਾ, ਚੰਦਨ ਲਿਆਂਦਾ, ਕੇਸਰ ਲਿਆਂਦਾ, ਉਹਨੂੰ ਘਸਣ ਲੱਗੇ। ਸੋਡੀ ਕੁਲ ਕੇ ਤਿਲਕ ਕੈ ਦੀਨੋ ਤਿਲਕ ਕਰਾਏ। ਸੋਢੀ ਕੁਲ ਦੇ ਤਿਲਕ ਗੁਰੂ ਹਰਗੋਬਿੰਦ ਸਾਹਿਬ ਦੇ ਮਸਤਕ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਕੱਢਿਆ ਹੈ, ਗੁਰਿਆਈ ਦਾ ਤਿਲਕ ਦਿੱਤਾ ਹੈ। ਚੌਪਈ ਰਾਖੋ ਗੋਪ ਨਹੀਂ ਬਿਦਤਾਵੋ। ਪੰਜਵੇਂ ਪਾਤਸ਼ਾਹ ਨੇ ਫਿਰ ਹਦਾਇਤ ਕੀਤੀ, ਇਹ ਬਚਨ ਹਾਲੇ ਗੁਪਤ ਰੱਖਿਓ, ਗੁਰਤਾ ਗੱਦੀ ਦੇਣ ਵਾਲਾ, ਇਹਨੂੰ ਹਾਲੇ ਪ੍ਰਗਟ ਨਾ ਕਰਿਓ। ਸਭ ਸੰਗਤ ਕੋ ਸੀਖ ਸਿਖਾਵੋ। ਸਾਰੀ ਸੰਗਤ ਨੂੰ ਸਿੱਖਿਆ ਸਿਖਾਉਣੀ ਹੈ। ਮਮ ਸਰੂਪ ਸ਼੍ਰੀ ਹਰਿ ਗੋਬਿੰਦ। ਜਦੋਂ ਬਾਅਦ ਵਿੱਚ ਬਚਨ ਪ੍ਰਗਟ ਕਰਨਾ, ਉਦੋਂ ਸੰਗਤ ਨੂੰ ਦੱਸਣਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰਾ ਰੂਪ ਜਾਣਨਾ। ਜੋ ਜਾਣੇ ਸੋ ਲਏ ਆਨੰਦ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰਾ ਰੂਪ ਕਰਕੇ ਜਾਣੇਗਾ, ਉਹਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ। ਹਮ ਪੀਛੇ ਦੀਜੇ ਦਸਤਾਰ। ਸਾਡੇ ਪਿੱਛੋਂ ਬਾਬਾ ਬੁੱਢਾ ਜੀ ਗੁਰਿਆਈ ਦੀ ਦਸਤਾਰ ਤੁਸੀਂ ਦੇਣੀ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ। ਸਭ ਵਿਦ ਕਰੋ ਮੰਗਲਾਚਾਰ। ਸਭ ਵਿਧੀ ਕਰਕੇ ਮੰਗਲਾਚਾਰ ਕਰਨੇ ਹਨ। ਸਰਬ ਮਸੰਦ ਸੰਗਤਾਂ ਸਾਰੀ। ਜਿੰਨੇ ਮਸੰਦ ਤੇ ਜਿੰਨੀਆਂ ਸੰਗਤਾਂ ਹਨ, ਲਿਖੋ ਹੁਕਮ ਸਭ ਲਿਓ ਹਕਾਰੀ। ਜਦੋਂ ਇਹਨਾਂ ਨੂੰ ਪੱਗ ਦੇਣੀ ਆ, ਦਸਤਾਰ ਦੇਣੀ ਆ, ਉਦੋਂ ਸਾਰੀ ਸੰਗਤ ਨੂੰ ਬਸੰਦਾਂ ਨੂੰ ਹੁਕਮਨਾਮੇ ਭੇਜ ਕੇ ਸੱਦ ਲੈਣਾ। ਚੌਂ ਦਿਸ਼ ਕੋਏ ਮੇਲ ਵਿਸਾਲਾ। ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਦਾ ਮੇਲ ਹੋਵੇ ਗੁਰੂ ਘਰ ਵਿੱਚ। ਤਖਤ ਬਿਠਾਵੋ ਤੁਮ ਤਿਸ ਕਾਲਾ। ਫਿਰ ਤਖਤ ਤੇ ਬਿਠਾ ਕੇ, ਗੁਰਤਾ ਗੱਦੀ ਦੇ ਤਖਤ ਤੇ ਬਿਠਾ ਕੇ ਇਹਨਾਂ ਨੂੰ ਪ੍ਰਗਟ ਕਰਨਾ। ਨਿਜ ਸਹਾਇਤਾ ਚਾਹੇ ਨਾ ਧਰੇ। ਔਰ ਕਹਿੰਦੇ ਨਿਜ ਸਹਾਇਤਾ ਜਿਹੜੇ ਆਪਣੀ ਚਾਹੁੰਦੇ ਨੇ, ਉਹੀ ਆ ਕੇ ਇਹਨਾਂ ਨੂੰ ਨਮਸਕਾਰ ਕਰਨਗੇ। ਅਪਰਨ ਕੀ ਸਹਾਇ ਏ ਕਰੇ। ਇਹ ਕਿਸੇ ਕੋਲੋਂ ਆਪਣੀ ਸਹਾਇਤਾ ਨਹੀਂ ਚਾਹਣਗੇ, ਪਰ ਦੂਜਿਆਂ ਦੀ ਸਹਾਇਤਾ ਜ਼ਰੂਰ ਕਰਨਗੇ, ਪਰ ਇਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੋਵੇਗੀ। ਇਮ ਕੈ ਪਰਮ ਪ੍ਰੇਮ ਕੋ ਕਰ ਮਨ। ਇਹ ਤਾਂ ਕਹਿ ਕੇ ਮਹਾਰਾਜ ਜੀ ਦਾ ਪਰਮ ਪ੍ਰੇਮ ਉਮੜਿਆ ਪੰਜਵੇਂ ਪਾਤਸ਼ਾਹ ਦਾ ਹਿਰਦੇ ਦਾ। ਸਿੱਖਿਆ ਦੇਤ ਪਏ ਸ਼੍ਰੀ ਅਰਜਨ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਿਆ ਦੇਣ ਲੱਗੇ। ਬਹਾਨਾ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਿਆ ਸਾਨੂੰ ਦੇ ਰਹੇ ਨੇ ਸਾਰਿਆਂ ਨੂੰ। ਛੇਵੇਂ ਪਾਤਸ਼ਾਹ ਦਾ ਕਿ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਿਆ ਦਿੰਦਿਆਂ ਬੋਲੇ, ਅਹੰ ਬ੍ਰਹਮ ਏ ਬ੍ਰਿਤ ਉਰ ਧਰਨੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ, ਇਹ ਤਾਂ ਸਤਿਗੁਰਾਂ ਦੀ ਅਵਸਥਾ ਹੈ ਹੀ। ਮੈਂ ਬੇਨਤੀ ਕੀਤੀ ਵੀ ਸਾਡੇ ਲਈ ਉਪਦੇਸ਼ ਹੈ ਇਹ ਪੰਜਵੇਂ ਪਾਤਸ਼ਾਹ ਦਾ। ਕੀ ਕਹਿੰਦੇ? ਆਪਣੇ ਹਿਰਦੇ 'ਚ ਅਹੰ ਬ੍ਰਹਮ ਦੀ ਬਿਰਤੀ ਰੱਖਣੀ ਕਿ ਮੈਂ ਬ੍ਰਹਮ ਸਰੂਪ ਹਾਂ। ਇਹ ਚਿੰਤਨ ਕਰਨਾ, ਅੰਦਰ ਇਹ ਬਿਰਤੀ ਰੱਖਣੀ ਕਿ ਮੈਂ ਬ੍ਰਹਮ ਸਵਰੂਪ ਹਾਂ। ਵਹਿਰ ਕਿਰਿਆ ਭਗਤਨ ਕੀ ਕਰਨੀ। ਪਰ ਕਦੇ ਮੂੰਹ ਤੋਂ ਨਹੀਂ ਕਹਿਣਾ ਮੈਂ ਬ੍ਰਹਮ। ਬਾਹਰੋਂ ਭਗਤੀ ਭਾਵਨਾ ਵਾਲੀ ਕਿਰਿਆ, ਸੇਵਾ ਭਾਵ ਵਾਲਾ ਦਾਸਾ ਭਾਵ, ਉਹ ਧਾਰਨ ਕਰਨਾ। ਇਹ ਉਪਦੇਸ਼ ਆਦ ਗੁਰ ਘਰ ਕੋ। ਇਹ ਉਪਦੇਸ਼ ਹੈ ਵੱਡਿਆਂ ਸਤਿਗੁਰਾਂ ਦੇ ਵੇਲੇ ਦਾ ਮੁੱਢ ਤੋਂ। ਲਿਓ ਆਪ ਨਿਤ ਸ਼ਰਧਾ ਧਰ ਕੋ। ਇਹ ਉਪਦੇਸ਼ ਨੂੰ ਨਿਤ ਆਪਣੇ ਹਿਰਦੇ 'ਚ ਸ਼ਰਧਾ ਧਾਰਨ ਕਰਕੇ ਗ੍ਰਹਿਣ ਕਰਨਾ ਹੈ। ਸ਼੍ਰੀ ਨਾਨਕ ਕੋ ਆਸ਼ੇ ਮਹਾ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੋ ਮਹਾਨ ਗੂੜ ਆਸ਼ਾ ਹੈ। ਗੁਰ ਅੰਗਤ ਸੰਗ ਜੈਸੇ ਕਹਾ। ਜਿਵੇਂ ਉਹਨਾਂ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਸੀ, ਅਜਰ ਜਰਨ ਧੀਰਜ ਉਰ ਧਰਨੀ। ਅਜਰ ਨੂੰ ਜਰਨਾ ਤੇ ਧੀਰਜ ਨੂੰ ਧਾਰਨ ਕਰਨਾ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਸੀ। ਅਜ਼ਮਤ ਬਿਦਤ ਨ ਕਾਹੂ ਕਰਨੀ। ਕਿ ਕਿਤੇ ਆਪਣੀ ਅਜ਼ਮਤ ਤੇ ਕਰਾਮਾਤ ਪ੍ਰਗਟ ਨਹੀਂ ਕਰਨੀ। ਰਾਮਚੰਦ ਸ਼੍ਰੀ ਕ੍ਰਿਸ਼ਨ ਮਹਾਨੇ। ਜਿਵੇਂ ਭਗਵਾਨ ਰਾਮਚੰਦਰ ਜੀ ਤੇ ਕ੍ਰਿਸ਼ਨ ਜੀ ਨੇ ਜੰਗ ਯੁੱਧ ਕੀਤੇ ਨੇ। ਬਲ ਕਰ ਰਣ ਆਦਿਕ ਬਿਦ ਠਾਨੇ। ਉਹ ਮਾਨਵੀ ਬਲ ਦੇ ਨਾਲ ਰਣ ਲੜਿਆ ਉਹਨਾਂ ਨੇ, ਕਰਾਮਾਤ ਨਾਲ ਤਾਂ ਨਹੀਂ ਦੁਸ਼ਮਣ ਮਾਰੇ। ਉਹ ਲੜਾਈ ਕਰਕੇ, ਜੰਗ ਕਰਕੇ ਮਾਰਦੇ ਰਹੇ। ਨਹੀਂ ਸ਼ਕਤ ਕਰ ਕਹੂੰ ਦਿਖਾਈ। ਉਹਨਾਂ ਨੇ ਜਿਵੇਂ ਪਹਿਲੇ ਯੁੱਗਾਂ 'ਚ ਸ਼ਕਤੀ ਨਹੀਂ ਵਿਖਾਈ ਜੰਗ ਦੇ ਮੈਦਾਨ ਵਿੱਚ, ਸਹੀ ਸਰਬਈ ਜਿਮ ਬਨ ਆਈ। ਜਿਵੇਂ ਆਈ ਤਿਵੇਂ ਉਹਨਾਂ ਨੇ ਸਹੀ। ਇਸੀ ਪ੍ਰਕਾਰ ਆਪ ਮਤ ਤਰੋ। ਉਸੇ ਵੀ ਰਣ ਭੂਮੀ 'ਚ ਜੰਗ ਮਾਨਵੀ ਬਲ ਦੇ ਨਾਲ ਲੜਨਾ ਹੈ, ਔਰ ਆਪਣੇ ਸਿੱਖਾਂ ਵਿੱਚ ਉਹ ਬਿਰਤੀ ਭਰਨੀ ਆ ਲੜਨ ਵਾਲੀ। ਨਹੀਂ ਬਿਦਤ ਅਜ਼ਮਤ ਕਿਤ ਕਰੋ। ਕਿਤੇ ਆਪਣੀ ਅਜ਼ਮਤ ਨੂੰ ਵਿਦਤ ਨਹੀਂ ਕਰਨਾ, ਰਣ ਭੂਮੀ 'ਚ ਆਪਣੀ ਕਰਾਮਾਤ ਪ੍ਰਗਟ ਨਹੀਂ ਕਰਨੀ। ਪੁਰਸ਼ੋਤਮ ਜੇ ਕਰ ਦਿਖਰਾਈ। ਹਾਂ, ਕਹਿੰਦੇ ਜੇ ਕਿਤੇ ਉੱਤਮ ਪੁਰਸ਼ ਕੋਈ ਕਰਾਮਾਤ, ਕਿਤੇ ਕਲਾ ਪ੍ਰਗਟ ਕਰਕੇ ਵਿਖਾਲਦੇ ਵੀ ਨੇ, ਹਿਤ ਮਰਜਾਦ ਕਹਿ ਜਨਨ ਸਾਈ। ਤੇ ਉਹ ਇਸ ਲਈ ਵਿਖਾਉਂਦੇ ਆ ਵੀ ਜਿੱਥੇ ਕਿੱਥੇ ਆਪਣੇ ਜਨ ਦੀ ਮਰਿਆਦਾ ਰੱਖਣੀ ਹੋਵੇ, ਉਹਦੀ ਪਾਲਣਾ ਕਰਨੀ। ਕਿਤੇ
ਕੋਈ ਪਰਮਾਤਮਾ ਪੁਰਖ ਵਿਖਾਉਂਦੇ ਵੀ ਆ ਨਾ ਸਤਿਗੁਰੂ ਜੀ, ਤਾਂ ਕਹਿੰਦੇ ਉੱਥੇ ਵੀ ਜਿੱਥੇ ਆਪਣੇ ਸੇਵਕ ਦੀ ਕੋਈ ਪੈਜ ਰੱਖਣੀ ਹੈ, ਕੋਈ ਮਰਿਆਦਾ ਵਿਗੜਦੀ ਹੋਈ ਨੂੰ ਸੰਭਾਲਣਾ ਤੇ ਰੱਖਣਾ, ਬਿਨਾ ਕਰੇ ਬਿਗੜੇ ਜੈ ਬਾਤ, ਜਿੱਥੇ ਬਿਨਾਂ ਕੀਤਿਆਂ ਅਜਮਤ ਦੇ ਕੰਮ ਵਿਗੜਦਾ ਹੋਵੇ, ਤਹਾਂ ਕਰਤੇ ਨਿਤ ਚਿਤ ਸ਼ਾਂਤ, ਉੱਥੇ ਉੱਤਮ ਪੁਰਸ਼ ਫਿਰ ਆਪਣੀ ਕਲਾ ਨੂੰ ਪ੍ਰਗਟ ਕਰ ਦਿੰਦੇ, ਸੁਤੇ ਸਿੱਧ ਕੁਦਰਤੀ ਪ੍ਰਗਟ ਕਰ ਦਿੰਦੀ ਆ ਉਹਨਾਂ ਦੀ ਕਲਾ ਨੂੰ। ਜਾਮ ਜਾਮਨੀ ਕਰੋ ਇਸ਼ਨਾਨ, ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੁਸਾਂ ਨੇ। ਸੁਨੋ ਕੀਰਤਨ ਪ੍ਰਭ ਨਿਰਮਾਨ, ਔਰ ਕੀਰਤਨ ਸੁਣਨਾ, ਨਿਰਵਾਣ ਕੀਰਤਨ ਸੁਣਨਾ ਹੈ। ਜਗਤ ਅਨਿਤ ਆਤਮਾ ਸਾਚੋ, ਕਥਾ ਕਥਾਕਾਰ ਕਰਨ, ਢਾਡੀ ਢਾਡੀ ਵਾਰਾਂ ਗਾਵਣ, ਕਵੀਸ਼ਰ ਕਵਿਤਾਵਾਂ ਗਾਵਣ ਤੇ ਰਾਗੀ ਕੀਰਤਨ ਕਰਨ। ਸਾਰਿਆਂ ਦੀ ਆਪੋ ਆਪਣੀ ਮਰਿਆਦਾ ਗੁਰੂ ਘਰ ਚ ਬਣਾਈ ਹੋਈ। ਮਹਾਰਾਜ ਜੀ ਪੰਜਵੇਂ ਪਾਤਸ਼ਾਹ ਕਹਿ ਰਹੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਤੁਸੀਂ ਨਿਰਵਾਣ ਕੀਰਤਨ ਸੁਣਨਾ, ਲਗਾਤਾਰ ਇੱਕ ਰਸ ਜਿਹੜਾ ਕੀਰਤਨ ਹੋਵੇ। ਜਗਤ ਅਨਿਤ ਆਤਮਾ ਸਾਚੋ, ਜਗਤ ਅਨਿਤ ਹੈ ਔਰ ਆਤਮਾ ਸੱਚ ਹੈ, ਇਹ ਜਾਣਨਾ। ਇਮ ਲਖ ਸਤ ਸੰਗਤ ਚਿਤ ਰਾਚੋ, ਇਹ ਜਾਣ ਕੇ ਸਤ ਸੰਗਤ ਵਿੱਚ ਆਪਣਾ ਚਿੱਤ ਜੋੜਨਾ। ਪਾਏ ਪੁੱਤਰ ਕੋ ਗੁਰੂ ਬਹਾਨਾ, ਕਹਿੰਦੇ ਤਾਂ ਪੁੱਤਰ ਦਾ ਬਹਾਨਾ ਪ੍ਰਾਪਤ ਕਰਕੇ ਵੀ ਪੁੱਤਰ ਨੂੰ ਕਹਿ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ। ਸੰਗਤ ਕੋ ਉਪਦੇਸ਼ ਬਖਾਨਾ, ਦਰਅਸਲ ਪੁੱਤਰ ਨੂੰ ਕਹਿਣਾ ਤਾਂ ਬਹਾਨਾ ਹੀ ਆ, ਉਪਦੇਸ਼ ਤਾਂ ਸੰਗਤ ਨੂੰ ਦੇ ਰਹੇ ਨੇ, ਸਾਨੂੰ ਉਪਦੇਸ਼ ਦੇ ਰਹੇ ਨੇ ਪੰਜਵੇਂ ਪਾਤਸ਼ਾਹ। ਸ਼੍ਰੀ ਹਰਗੋਬਿੰਦ ਸੁਨ ਕਰ ਧੀਰ, ਗੁਰੂ ਹਰਗੋਬਿੰਦ ਸਾਹਿਬ ਜੋ ਮਹਾਨ ਧੀਰ ਜੀ ਸਤਿਗੁਰਾਂ ਨੇ ਬਚਨ ਸੁਣੇ ਪੰਜਵੇਂ ਗੁਰਦੇਵ ਦੇ। ਕਮਲ ਬਿਲੋਚਨ ਮੋਚਿਓ ਨੀਰ, ਪ੍ਰੇਮ ਚ ਭਿੱਜਿਆ ਹੋਇਆਂ ਦੇ ਨੇਤਰ ਭਰ ਆਏ ਛੇਵੇਂ ਪਾਤਸ਼ਾਹ ਦੇ, ਆਪਣੇ ਸਾਹਿਬ ਦੇ ਪ੍ਰੇਮ ਚ ਨੇਤਰ ਭਰ ਆਏ। ਕਾਰਨ ਕਰਨ ਆਪ ਤੁਮ ਸਾਰੇ, ਬੋਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਾਰਨ ਤੇ ਕਰਨ ਦੋਵੇਂ ਆਪ ਜੀ ਕਰਨ ਕਰਾਉਣ ਵਾਲੇ ਹੋ। ਅਸਮੰਜਸ ਹਮ ਸਮੁਖ ਉਚਾਰੇ, ਮਹਾਰਾਜ ਅਸਮੰਜਸ ਵਾਲੀ ਬਾਤ ਆਪ ਜੀ ਸਾਡੇ ਸਨਮੁਖ ਕਹਿ ਰਹੇ ਹੋ। ਇਮ ਕਹਿ ਨਮਰ ਗਰੀਵ ਕਰ ਥਿਰੇ, ਇਹ ਤਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਪੰਜਵੇਂ ਪਾਤਸ਼ਾਹ ਦੇ ਅੱਗੇ ਸੀਸ ਨਿਵਾ ਕੇ ਬੈਠ ਗਏ। ਧੀਰ ਸਰਬੱਗ ਜਾਨ ਚੁੱਪ ਕਰੇ, ਜਾਣ ਕੇ ਕਿ ਧੀਰ ਜਵਾਨ ਨੇ ਸਰਬੱਗ ਨੇ ਜੋ ਕਰ ਰਹੇ ਨੇ ਭਲਾ ਹੀ ਕਰ ਰਹੇ ਨੇ, ਤੇ ਸਰਬੱਗ ਦੀ ਕਰਨੀ ਚ ਅਸੀਂ ਕਿਸੇ ਪ੍ਰਕਾਰ ਦਾ ਸ਼ੰਕਾ ਕਰੀਏ ਯੋਗ ਨਹੀਂ। ਪੰਜਵੇਂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ। ਵਡ ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ। ਵਡ ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ। ਵਡ ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ
ਅਚੁੱਤ ਹੈ ਪਾਰ ਬ੍ਰਹਮ ਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਹਰਾ ਦਾਰਾ ਕੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।